घटना हुई है, सानू पता ਸਿੰਘੂ ਬਾਰਡਰ ਤੇ कतल ਕਰਨ ਵਾਲਿਆਂ ਨੇ ਸਰੈਂਡਰ ਕਰ ਦਿੱਤਾ ਹੈ, ਕੇਸ ਦਰਜ ਹੋ ਗਿਆ ਹੈ। ਬਹੁਤ ਮੰਦਭਾਗੀ ਘਟਨਾ, ਬੇਅਦਬੀ ਹੋਣਾ, ਅਜਿਹਾ ਕੁਝ ਵਾਪਰਨਾ ਕਿਉਂਕਿ ਕਿਸਾਨ ਸੰਘਰਸ਼ ਚੱਲ ਰਿਹਾ। ਤਾਂ ਉਸ ਤੋਂ ਬਾਅਦ ਜਿਹੜੀ ਰਾਜਨੀਤੀ ਹੋ ਰਹੀ ਹੈ ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਬਹੁਜਨ ਸਮਾਜ ਪਾਰਟੀ ਦੇ ਬੋਲ ਜਿਹੜੇ ਆ ਮੈਨੂੰ ਉਹ ਜਾਪਦੇ ਆ ਜਿਹੜੇ ਬੋਲ ਸੰਘੀ ਭਾਈਚਾਰੇ ਦੇ ਹਮਾਇਤੀ ਮੀਡੀਆ ਦੇ ਕੀ ਮਾਇਨੇ ਹੈ ਇਹਨਾਂ ਦੇ ਵੀ ਇਸ ਘਟਨਾ ਨੂੰ ਦਲਿਤ ਭਾਈਚਾਰੇ ਦੇ ਨਾਲ ਜੋੜਿਆ ਜਾਏ। मैं इस पूरे मामले ਨੂੰ ਇਸ ਤਰ੍ਹਾਂ ਦੇਖਦਾ ਵੀ ਇਹ ਮਸਲਾ ਸ਼ੱਕੀ ਹੈ, ਇਹਦੀ ਇੱਕ ਫੇਅਰ ਇਨਵੈਸਟੀਗੇਸ਼ਨ ਹੋਵੇ। ਪਰ ਉਸ ਨੂੰ ਬਿਲਕੁਲ ਹੀ ਬਿਨਾਂ ਸੋਚੇ ਸਮਝੇ ਇਹ ਕਹਿ ਦੇਣਾ ਵੀ ਦਲਿਤਾਂ ਦਾ ਮਸਲਾ ਵੀ ਦਲਿਤਾਂ ਉੱਥੇ ਦਲਿਤ ਨੂੰ ਟਾਰਗੇਟ ਕੀਤਾ ਗਿਆ, ਉੱਥੇ ਬੰਦੇ ਦਾ ਪਤਾ ਸੀਗਾ ਵੀ ਭਾਈ ਇਹ ਦਲਿਤ ਹੈ। ਤੇ ਦੂਸਰੀ ਗੱਲ ਇਹ ਹੈ ਵੀ ਉੱਥੇ ਜਿਸ ਬੰਦੇ ਨੇ ਕਤਲ ਕੀਤਾ ਉਹ ਵੀ ਤਾਂ ਦਲਿਤ ਹੈ। ਹਾਲਾਂਕਿ ਮੈਂ ਨਹੀਂ ਮੰਨਦਾ ਵੀ ਸਿੱਖਾਂ 'ਚ ਕੋਈ ਦਲਿਤ ਜਾਂ ਦੂਸਰੀ ਕੋਈ ਮਸਲਾ ਹੈ, ਵੀ ਜੇ ਸਮਾਜਿਕ ਤੌਰ 'ਤੇ ਹੈ ਵੀ ਹੈ ਕਿਤੇ ਉਹ ਵੀ ਗਲਤ ਹੈ। ਪਰ ਜਿੱਥੇ ਇਸ ਚੀਜ਼ ਨੂੰ ਜਾਤ ਦਾ ਰੰਗ ਦਿੱਤਾ ਗਿਆ ਉੱਥੇ ਇਹ ਗੱਲ ਸਾਫ਼ ਹੈ ਕਿ ਜਿਹੜਾ BSP ਦੀ ਇਹ ਰਾਜਨੀਤੀ ਹੈ ਇਸ ਚੀਜ਼ ਨੂੰ ਭਾਜਪਾ ਦੇ ਦਬਾਅ ਹੇਠ ਜਾਂ ਉਹਨਾਂ ਨਾਲ ਕੋਈ ਤਾਲਮੇਲ ਕਰਕੇ ਜਾਂ ਕੋਈ ਡੀਲ ਦੇ ਤਹਿਤ ਇਹ ਬਿਆਨ ਜਾਰੀ ਕੀਤਾ ਗਿਆ ਹੈ। ਤਾਂ ਕੀ ਇਹ ਸਟੇਟਮੈਂਟ ਜਿਹੜੀ ਦਿੱਤੀ ਗਈ ਹੈ ਬਸਪਾ ਵੱਲੋਂ ਇਹਦੇ ਪਿੱਛੇ ਸਿੱਧਾ ਇਹ ਵੀ ਅਸੀਂ ਕਹਿ ਸਕਦੇ ਹਾਂ ਵੀ ਇਹ ਤਾਂ ਦਿੱਤੀ ਗਈ ਵੀ 2022 ਦੀਆਂ ਚੋਣਾਂ ਦੇ ਵਿੱਚ ਜਿਹੜਾ ਕਿ ਦਲਿਤ ਵੋਟ ਬੈਂਕ ਨੂੰ ਇੱਕ ਵੱਖਰੇ ਪਾਸੇ ਜਿਹੜਾ ਖੜਾ ਕਰ ਲਿਆ ਜਾਵੇ, ਇਹਦੇ ਕੀ ਮਾਇਨੇ ਹੈਗੇ ਕਿ ਉਹ ਸਿੱਖਾਂ ਦੇ ਖਿਲਾਫ ਭੁਗਤਣ ਦੀ, ਕਿਉਂਕਿ ਇਹਦੇ ਬਹੁਤ ਨਤੀਜੇ ਭਿਆਨਕ ਨਿਕਲ ਸਕਦੇ ਜੇ ਇਹ ਗੱਲ ਨੂੰ, ਹਾਲਾਂਕਿ ਉਹਨਾਂ ਨੇ ਡਿਲੀਟ ਕਰ ਦਿੱਤਾ ਹੈ ਪਰ ਡਿਲੀਟ ਕੀਤਿਆਂ ਜਿਹੜੀ ਉਹ ਚਿੰਗਾੜੀ ਉਹਨਾਂ ਨੇ ਸੁੱਟ ਦਿੱਤੀ ਹੈ, ਚਰਚਾ ਤਾਂ ਚੱਲ ਪਈ ਹੈ ਨਾ। ਜਿਹੜੇ ਨੌਜਵਾਨ ਦਲਿਤ ਨੇ ਉਹ ਕਹਿ ਰਹੇ ਵੀ ਤੁਸੀਂ ਸਾਡਾ ਮੁੰਡਾ ਮਾਰਿਆ, ਜਿਹੜੇ ਸਿੱਖ ਨੇ ਉਹ ਕਹਿੰਦੇ ਵੀ ਅਸੀਂ ਤੁਹਾਡਾ ਤਾਂ ਨਹੀਂ ਮਾਰਿਆ ਵੀ ਦਲਿਤ ਆ, ਉਹ ਤਾਂ ਨਿਹੰਗ ਸਿੰਘਾਂ ਨੇ ਜੋ ਵੀ ਹੈਗਾ ਉਹ ਕਹਿੰਦੇ ਵੀ ਉਹ ਬੇਅਦਬੀ ਕਰਨ ਆਇਆ ਸੀਗਾ। ਤਾਂ ਇਹ ਕਿੱਡਾ ਵੱਡਾ ਇਹਦਾ ਨੁਕਸਾਨ ਹੋ ਸਕਦਾ ਪੰਜਾਬ ਦੇ ਮਾਹੌਲ। ਇਹ ਜਿਹੜਾ ਹੈ ਨਾ ਪੋਲੀਟੀਕਲ ਪਾਰਟੀਆਂ ਨੇ ਇੱਕ ਛੰਛਣਾ ਦਿਖਾਉਣਾ ਸ਼ੁਰੂ ਕਰਤਾ ਜੀ ਦਲਿਤ ਉਹਦੇ ਨਾਲ ਹੋ ਜਾਊਗਾ ਜਾਂ ਇੱਕ ਹਿੰਦੂ ਉਹ ਕਰ ਦੂਗੇ। ਤੇ ਉੱਥੇ ਜੇ ਉਹਨਾਂ ਦੇ ਇੱਕ ਸਟੇਟ ਉਹਨਾਂ ਦੇ ਮੁੱਖ ਮੰਤਰੀ ਨਹੀਂ ਬਰਦਾਸ਼ਤ ਹੁੰਦਾ ਜਾ ਰਿਹਾ ਤੇ ਕਦੀ ਕਹਿ ਦਿੰਦੇ ਆ ਜੀ ਇੱਥੇ ਆਹ ਹੋਣਾ ਚਾਹੀਦਾ ਜਾਂ ਉਹ ਹੋਣਾ। ਇਹ ਕਦੀ ਗੱਲ ਕੀ ਹਿਮਾਚਲ 'ਚ ਗੱਲ ਹੋਈ ਹੈ ਅਸੀਂ ਡਿਪਟੀ CM ਕੋਈ ਸਿੱਖ ਦੇ ਦਾਂਗੇ, ਜਾਂ ਕਦੀ ਹਰਿਆਣੇ 'ਚ ਗੱਲ ਹੋਈ ਹੈ ਉਹ ਡਿਪਟੀ CM ਕੋਈ ਸਿੱਖ ਦੇਣਗੇ ਜਾਂ ਇੱਕ ਡਿਪਟੀ CM ਕੋਈ ਮੁਸਲਮਾਨ ਦੇਣਗੇ, ਜਾਂ UP ਵਿੱਚ ਕਦੀ ਇੱਦਾਂ ਹੋਇਆ ਵੀ ਇੱਕ ਡਿਪਟੀ CM ਉਹ ਮੁਸਲਮਾਨ ਦੇਣਗੇ। ਇਹ ਪੰਜਾਬ 'ਚ ਇਹੋ ਜਿਹੇ ਐਕਸਪੈਰੀਮੈਂਟ ਕਿਉਂ ਕੀਤੇ ਜਾ ਰਹੇ ਆ? ਪੰਜਾਬ ਤੋਂ ਬਾਹਰ ਜਾਈਏ ਕਦੀ ਸ਼ੰਕਰਾਚਾਰਿਆ ਦੇ ਦਲਿਤ ਹੋਣ 'ਤੇ ਜਾਂ ਗੈਰ ਬ੍ਰਾਹਮਣ ਹੋਣ 'ਤੇ ਤਾਂ ਸਵਾਲ ਖੜਾ ਹੋ ਸਕਦਾ। ਪੰਜਾਬ 'ਚ ਤਾਂ ਕੁਛ ਇਹੋ ਜਿਹਾ ਹੈ ਨਹੀਂ ਗਾ ਵੀ ਉਹ ਦਲਿਤ ਹੈ ਜਾਂ। ਸਭ ਤੋਂ ਵੱਡੀ ਗੱਲ ਇਹ ਸਮਾਜ 'ਚ ਧਰਮ ਦੀ ਪਛਾਣ ਦੇ ਤੌਰ 'ਤੇ ਹੀ ਸਾਰੀ ਵੰਡ ਹੋਈ ਹੈ। ਹੁਣ ਜਿੱਥੇ ਧਰਮ ਦੇ ਤੌਰ 'ਤੇ ਇਸ ਚੀਜ਼ ਦਾ ਕੋਈ ਮਸਲਾ ਹੀ ਨਹੀਂ ਹੈ ਕੌਣ ਕੀ ਹੈ, ਉੱਥੇ ਤਾਂ ਮਸਲਾ ਹੀ ਬੇਮਨ ਹੈ। ਸੋ ਸਿੱਖਾਂ ਦੇ ਕੰਟੈਕਸਟ ਤੋਂ ਤਾਂ ਮੈਨੂੰ ਨਹੀਂ ਲੱਗਦਾ ਕਿ ਦਲਿਤ ਵਾਲਾ ਕੋਈ ਐਡਾ ਵੱਡਾ ਮਸਲਾ ਹੈ। ਇੱਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇੱਕ ਮੰਦਿਰ ਦੇ ਵਿੱਚ ਜਾਣ ਤੋਂ ਰੋਕਿਆ ਜਾਂਦਾ ਭਾਰਤ ਦੇ ਵਿੱਚ, ਪੰਜਾਬ ਨਹੀਂ ਹੈਗਾ ਉਹ। ਉੱਥੇ ਤਾਂ ਕਹਿੰਦੇ ਨੇ ਵੀ ਵੇਖੋ ਜੀ ਸਾਡੇ ਦਲਿਤ ਨੂੰ ਜਾਣ ਤੋਂ ਰੋਕਤਾ, ਉੱਥੇ ਸਿਰ ਨੀਵਾ ਕਰ ਲਾ ਵੀ ਰਾਸ਼ਟਰਵਾਦ ਨਾ ਭੰਗ ਹੋ ਜੇ। ਤਾਂ ਜੇ ਪੰਜਾਬ ਦੇ ਵਿੱਚ ਹਾਲਾਂਕਿ ਇਸ ਘਟਨਾ ਨੂੰ ਏਡੀ ਵੱਡੀ ਬਣਾਤਾ, ਜਿਹੜੇ ਕਹਿੰਦੇ ਆ ਵੀ ਅਸੀਂ ਦਲਿਤਾਂ ਦੇ ਲੀਡਰ ਆ, ਉਹ ਸੱਚਮੁੱਚ ਦਲਿਤ ਭਾਈਚਾਰੇ ਦੇ ਜਿਹੜੇ ਸੱਜਣਾ ਵਾਸਤੇ ਉਸ ਕਮਿਊਨਿਟੀ ਦੇ ਸੱਚਮੁੱਚ ਹੱਕਾਂ ਦੀ ਕਿੰਨੀ ਕੁ ਗੱਲ ਕਰਦੇ, ਕਿੰਨੇ ਕੁ ਚਿੰਤਕ ਇਮਾਨਦਾਰ ਕਿੰਨੇ ਕੁ ਤੁਹਾਨੂੰ ਕੀ ਲੱਗਦਾ? ਵੀ ਇਹ ਤਾਂ ਕੁਝ ਵੀ ਨਹੀਂ ਉਹ ਕਰਦੇ, ਇਹ ਤਾਂ ਜਸਟ ਆਪਣਾ ਇੱਕ ਇਹਨਾਂ ਨੇ ਛੰਛਣਾ ਚਲਾਇਆ ਹੋਇਆ ਵੀ ਅਸੀਂ ਲੰਬੜਦਾਰ ਹਾਂ ਦਲਿਤ ਪੋਲੀਟਿਕਸ ਦੇ, ਸਾਡੇ ਤੋਂ ਬਿਨਾਂ ਇਹ ਸਰਟੀਫਿਕੇਟ ਕੋਈ ਇਸ਼ੂ ਨਹੀਂ ਕਰ ਸਕਦਾ। ਸੋ ਇਹੋ ਜਿਹੇ ਬੰਦਿਆਂ ਨੂੰ ਖਾਰਜ ਕਰਨਾ ਚਾਹੀਦਾ। ਤੇ ਮੈਂ ਕਹਿੰਦਾ ਵੀ ਜਦ ਤੱਕ ਇਹ ਬਿਆਨ ਦੀ ਮਾਫੀ ਨਹੀਂ ਮੰਗਦੇ ਵੀ ਜਿਹੜਾ ਇਹਨਾਂ ਨੇ ਦਿੱਲੀ ਆਰੇ ਦਿੱਤਾ, ਹਾਲਾਂਕਿ ਮੈਂ ਹੱਲੇ ਵੀ ਕਹਿੰਦਾ ਵੀ ਇਹ ਘਟਨਾ ਸ਼ੱਕੀ ਹੈ, ਇਹਦੀ ਫੇਰ ਪੜਤਾਲ ਹੋਵੇ। ਪਰ ਜਦ ਤੱਕ ਇਹ ਮਾਫੀ ਨਹੀਂ ਮੰਗਦੇ ਇਹਨਾਂ ਕੋਲ ਸਵਾਲ ਹੋਣਾ ਚਾਹੀਦਾ ਤੇ ਦੂਸਰਾ ਇਹਨਾਂ ਦੇ ਭਾਈਵਾਲਾਂ 'ਤੇ ਵੀ ਹੋਣਾ ਚਾਹੀਦਾ। ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਕਿਤੇ ਇਹਨਾਂ ਨੇ ਜਿਹੜਾ ਬਿਆਨ ਵੀ ਮਾਇਆਵਤੀ ਜੀ ਨੇ ਦਿੱਤਾ ਹੈ ਜਾਂ ਇਹਨਾਂ ਦੇ ਗੜੀ ਸਾਹਿਬ ਨੇ ਕਿਤੇ ਨਾ ਕਿਤੇ ਸੁਖਬੀਰ ਬਾਦਲ ਨੇ ਕਿਹਾ ਹੋਣਾ ਵੀ ਭਾਈ ਕਰ ਤੂੰ ਮਸਲਾ ਚੱਕ, ਵੀ ਜੇ ਚੰਨੀ ਜਾਊਗਾ ਤਾਂ ਵੀ ਅਸੀਂ ਘੇਰਾਂਗੇ, ਜੇ ਨਹੀਂ ਗਿਆ ਤਾਂ ਵੀ ਅਸੀਂ ਘੇਰਾਂਗੇ। ਦਿੱਲੀ ਕਿਸਾਨ ਸੰਘਰਸ਼ ਦੇ ਵਿੱਚ ਬਣੀਆਂ ਹੋਈਆਂ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਜਿਹੜੀਆਂ ਉੱਥੇ ਬੀਤੇ ਦਿਨ ਘਟਨਾ ਵਾਪਰੀ ਹੈ। ਨਿਹੰਗ ਸਿੰਘਾਂ ਦੇ ਕਹਿਣ ਅਨੁਸਾਰ ਇੱਕ ਵਿਅਕਤੀ ਜਿਹੜਾ ਉੱਥੇ ਬੇਅਦਬੀ ਕਰਦਾ ਫੜਿਆ ਗਿਆ ਤੇ ਉਹਦਾ ਜਿਹੜਾ ਕਤਲ ਨਿਹੰਗ ਸਿੰਘਾਂ ਨੇ ਕੀਤਾ, ਉਸ ਤੋਂ ਬਾਅਦ ਉਹ ਸਰੈਂਡਰ ਵੀ ਕਰ ਚੁੱਕੇ ਨੇ, ਪਰਚਾ ਦਰਜ ਹੋਇਆ। ਤਾਂ ਇਸ ਤੋਂ ਬਾਅਦ ਰਾਜਨੀਤਿਕ ਲੋਕ ਜਿਹੜੇ ਆ ਉਹਨਾਂ ਨੇ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤਰ੍ਹਾਂ ਉਹਨਾਂ ਦਾ ਸੁਭਾਅ ਹੈ, ਸਦਾ ਹੀ ਲਾਸ਼ਾਂ 'ਤੇ ਸਿਆਸਤ, ਪਾਣੀਆਂ 'ਤੇ ਸਿਆਸਤ, ਬਲਾਤਕਾਰਾਂ 'ਤੇ ਸਿਆਸਤ, ਲੋਕਾਂ ਦੇ ਰੋਟੀ 'ਤੇ ਸਿਆਸਤ, ਪੁੱਤਾਂ ਦੀਆਂ ਮੌਤਾਂ 'ਤੇ ਸਿਆਸਤ ਹੁੰਦੀ ਹੈ। ਤਾਂ ਇਸ ਘਟਨਾ ਨੂੰ ਜਾਤੀਵਾਦ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਬਹੁਜਨ ਸਮਾਜ ਪਾਰਟੀ ਰਾਸ਼ਟਰੀ ਰਾਜਨੀਤਿਕ ਪਾਰਟੀ ਹੈ, ਉਹਨਾਂ ਦੇ ਸੁਪਰੀਮੋ ਪ੍ਰਧਾਨ ਮਾਇਆਵਤੀ ਔਰ ਪੰਜਾਬ ਦੇ ਆਗੂ ਜਸਵੀਰ ਸਿੰਘ ਗੜੀ ਨੇ ਪੋਸਟ ਪਾ ਕੇ ਇਹ ਗੱਲ ਕਹੀ ਕਿ ਪੰਜਾਬ ਦੇ ਇੱਕ ਦਲਿਤ ਨੌਜਵਾਨ ਦਾ ਕਤਲ ਹੋਇਆ ਤੇ ਇਹ ਪੂਰੀ ਦੀ ਪੂਰੀ ਘਟਨਾ ਨੂੰ ਜਾਤੀਵਾਦ ਨਾਲ ਜੋੜਿਆ ਜਾ ਰਿਹਾ। ਸਾਡੇ ਨਾਲ ਗੰਗਵੀਰ ਰਾਠੌਰ ਨੌਜਵਾਨ ਹਾਜ਼ਰ ਨੇ, ਪੰਜਾਬ ਚਿੰਤਕ ਨੇ, ਰਾਜਨੀਤਿਕ ਤੇ ਚੰਗੀ ਜਾਣਕਾਰੀ ਰੱਖਦੇ। ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਵੀਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਗੰਗਵੀਰ ਜੀ, ਘਟਨਾ ਹੋਈ ਹੈ, ਸਾਨੂੰ ਪਤਾ ਸਿੰਘੂ ਬਾਰਡਰ ਤੇ
ਕਤਲ ਕਰਨ ਵਾਲਿਆਂ ਨੇ ਸਰੈਂਡਰ ਕਰ ਦਿੱਤਾ ਹੈ, ਕੇਸ ਦਰਜ ਹੋ ਗਿਆ ਹੈ। ਬਹੁਤ ਮੰਦਭਾਗੀ ਘਟਨਾ, ਬੇਅਦਬੀ ਹੋਣਾ, ਅਜਿਹਾ ਕੁਝ ਵਾਪਰਨਾ, ਕਿਉਂਕਿ ਕਿਸਾਨ ਸੰਘਰਸ਼ ਚੱਲ ਰਿਹਾ। ਤਾਂ ਉਸ ਤੋਂ ਬਾਅਦ ਜਿਹੜੀ ਰਾਜਨੀਤੀ ਹੋ ਰਹੀ ਹੈ, ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਬਹੁਜਨ ਸਮਾਜ ਪਾਰਟੀ ਦੇ ਬੋਲ ਜਿਹੜੇ ਹੈ, ਮੈਨੂੰ ਉਹ ਜਾਪਦੇ ਆ ਜਿਹੜੇ ਬੋਲ ਸੰਘੀ ਭਾਈਚਾਰੇ ਦੇ ਹਮਾਇਤੀ ਮੀਡੀਆ ਦੇ ਹੈ। ਕੀ ਮਾਇਨੇ ਹੈ ਇਹਨਾਂ ਦੇ ਵੀ ਇਸ ਘਟਨਾ ਨੂੰ ਦਲਿਤ ਭਾਈਚਾਰੇ ਦੇ ਨਾਲ ਜੋੜਿਆ ਜਾ ਰਿਹਾ? ਦੇਖੋ, ਜਿਹੜਾ ਮਾਇਆਵਤੀ ਜੀ ਦਾ ਤੇ ਪੰਜਾਬ ਬੀਐਸਪੀ ਪ੍ਰਧਾਨ ਜਸਵੀਰ ਸਿੰਘ ਗੜੀ ਦਾ ਇਸ ਮਾਮਲੇ 'ਤੇ ਬਿਆਨ ਆਇਆ ਜਾਂ ਪੋਸਟ ਆਈ ਹੈ ਜਾਂ ਟਵੀਟ ਆਈ ਹੈ, ਉਹ ਬਹੁਤ ਮੰਦਭਾਗੀ ਹੈ। ਅਤੇ ਮੈਨੂੰ ਲੱਗਦਾ ਹੈ ਕਿ ਉਹ ਉਹਨਾਂ ਕੋਲੋਂ ਪੋਸਟ ਪਵਾਈ ਗਈ ਹੈ, ਅਤੇ ਹੋ ਸਕਦਾ ਵੀ ਈਡੀ ਦਾ ਦਬਾਅ ਹੋਵੇ, ਕਿਉਂਕਿ ਉਹਨਾਂ ਨੂੰ ਆਮਦਨ ਵਿਭਾਗ ਵੱਲੋਂ ਛਾਪੇ ਪੈਂਦੇ ਰਹਿੰਦੇ ਜਾਂ ਉਹਦਾ ਡਰ ਦਿਖਾਇਆ ਜਾਂਦਾ ਹੈ ਜਾਂ ਉਹ। ਅਤੇ ਦੂਸਰਾ ਇਹ ਹੈ ਵੀ ਖਾਸ ਕਰਕੇ ਪੰਜਾਬ ਦੀ ਜਿਹੜੇ ਸਮਾਜ ਹੈ ਜਾਂ ਪੰਜਾਬ ਦੇ ਇੱਕ ਢਾਂਚੇ ਨੂੰ ਇਹਦੇ ਵਿੱਚ ਕਾਸਟ ਕਲੈਸ਼ ਉਭਾਰਨ ਵਰਗਾ ਮਸਲਾ ਬਣਾ ਦਿੱਤਾ ਹੈ। ਮੈਨੂੰ ਲੱਗਦਾ ਵੀ ਬੀਐਸਪੀ ਦਾ ਇਹ ਬਿਆਨ ਜਿਹੜਾ ਹੈ ਉਹ ਰਾਜਨੀਤੀ ਤੋਂ ਪ੍ਰੇਰਿਤ ਹੈ, ਅਤੇ ਇਹ ਪੰਜਾਬ 'ਚ ਵੰਡੀਆਂ ਪਾਉਣ ਵਾਲਾ ਮਸਲਾ ਹੈ। ਇਹ ਸਿੱਖਾਂ ਦੇ ਵਿੱਚ ਹੀ ਮਤਲਬ ਇਸ ਚੀਜ਼ ਨੂੰ ਜਾਤੀਗਤ ਮਸਲਾ ਬਣਾ ਕੇ ਉਹੀ ਕੰਮ ਕੀਤਾ ਜਾ ਰਿਹਾ ਜੋ ਇੱਥੇ ਸੰਘੀ ਜਾਂ ਦੂਸਰੇ ਆਰੀਆ ਸਮਾਜੀ ਕਰਦੇ ਆ ਰਹੇ ਹੈ। ਅਤੇ ਜਿਸ ਤਰ੍ਹਾਂ ਦੀ ਉਹ ਇੱਕ ਜਿਹੜਾ ਇੱਥੇ ਬਲਾਈਂਡ ਨੈਸ਼ਨਲਿਜ਼ਮ ਦੇ ਅੰਡਰ ਇੱਕ ਖਾਸ ਮਤਲਬ ਉਹ ਕਰਕੇ ਨਾ ਸਿੱਖਾਂ 'ਤੇ ਹਮਲਾ ਕਿੱਦਾਂ ਕੀਤਾ ਜਾਂਦਾ, ਜੱਟ ਪਛਾਣ ਨੂੰ ਉਹ ਕਰਕੇ ਜਾਂ ਦਲਿਤ ਪਛਾਣ ਦਾ ਇਸ਼ੂ ਬਣਾ ਕੇ, ਤਾਂ ਉਹ ਇਸੀ ਤਰ੍ਹਾਂ ਦਾ ਉਹ ਵੀ ਸਿੱਖਾਂ ਨੂੰ ਵੰਡਣ ਦਾ ਮਸਲਾ ਬਣਾਇਆ ਜਾ ਰਿਹਾ। ਅਤੇ ਦੂਸਰਾ ਇਹ ਚੀਜ਼ ਹੈ ਵੀ ਇੱਕ ਬੰਦਾ ਜਿਹੜੀ ਇੱਕ ਸ਼ੱਕੀ ਘਟਨਾ ਹੋਈ ਹੈ, ਮੈਂ ਇਸ ਪੂਰੇ ਮਾਮਲੇ ਨੂੰ ਇਸ ਤਰ੍ਹਾਂ ਦੇਖਦਾ ਵੀ ਇਹ ਮਸਲਾ ਸ਼ੱਕੀ ਹੈ, ਇਹਦੀ ਇੱਕ ਫੇਅਰ ਇਨਵੈਸਟੀਗੇਸ਼ਨ ਹੋਵੇ। ਪਰ ਉਸ ਨੂੰ ਬਿਲਕੁਲ ਹੀ ਬਿਨਾਂ ਸੋਚੇ ਸਮਝੇ ਇਹ ਕਹਿ ਦੇਣਾ ਵੀ ਦਲਿਤਾਂ ਦਾ ਮਸਲਾ, ਵੀ ਉੱਥੇ ਦਲਿਤ ਨੂੰ ਟਾਰਗੇਟ ਕੀਤਾ ਗਿਆ, ਉੱਥੇ ਬੰਦੇ ਦਾ ਪਤਾ ਸੀਗਾ ਵੀ ਭਾਈ ਇਹ ਦਲਿਤ ਹੈ। ਅਤੇ ਦੂਸਰੀ ਗੱਲ ਇਹ ਹੈ ਵੀ ਉੱਥੇ ਜਿਸ ਬੰਦੇ ਨੇ ਕਤਲ ਕੀਤਾ ਉਹ ਵੀ ਤਾਂ ਦਲਿਤ ਹੈ। ਹਾਲਾਂਕਿ ਮੈਂ ਨਹੀਂ ਮੰਨਦਾ ਵੀ ਸਿੱਖਾਂ 'ਚ ਕੋਈ ਦਲਿਤ ਜਾਂ ਦੂਸਰੀ ਕੋਈ ਮਸਲਾ ਹੈ, ਵੀ ਜੇ ਸਮਾਜਿਕ ਤੌਰ 'ਤੇ ਹੈ ਵੀ ਹੈ ਕਿਤੇ, ਉਹ ਵੀ ਗਲਤ ਹੈ। ਪਰ ਜਿੱਥੇ ਇਸ ਚੀਜ਼ ਨੂੰ ਜਾਤ ਦਾ ਰੰਗ ਦਿੱਤਾ ਗਿਆ, ਉੱਥੇ ਇਹ ਗੱਲ ਸਾਫ਼ ਹੈ ਕਿ ਜਿਹੜਾ ਬੀਐਸਪੀ ਦੀ ਇਹ ਰਾਜਨੀਤੀ ਹੈ, ਇਸ ਚੀਜ਼ ਨੂੰ ਭਾਜਪਾ ਦੇ ਦਬਾਅ ਹੇਠ ਜਾਂ ਉਹਨਾਂ ਨਾਲ ਕੋਈ ਤਾਲਮੇਲ ਕਰਕੇ ਜਾਂ ਕੋਈ ਡੀਲ ਦੇ ਤਹਿਤ ਇਹ ਬਿਆਨ ਜਾਰੀ ਕੀਤਾ ਗਿਆ ਹੈ। ਤਾਂ ਗੰਗਵੀਰ ਜੀ, ਵੈਸੇ ਤਾਂ ਲਗਾਤਾਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਦਲਿਤ ਮੁੱਦਾ ਹੈਗਾ ਉਹ ਹਾਈਲਾਈਟ ਰਹਿੰਦਾ ਹੈ। ਤਾਂ ਸਾਰੇ ਸਮਾਜ ਦੇ ਵਿੱਚ ਜਿਹੜੇ ਇਹ ਮਤਲਬ ਵਰਗ ਹੈਗੇ ਆ, ਬਹੁਤ ਸਤਿਕਾਰਯੋਗ ਹੈ, ਆਪਣੀ ਆਪਣੀ ਥਾਂ 'ਤੇ ਆਪਣੀ ਕਰਕੇ ਖਾਂਦੇ ਆ, ਚਾਹੇ ਦਲਿਤ ਹੈ, ਚਾਹੇ ਜੱਟ ਹੈ ਜਾਂ ਕੋਈ ਹੋਰ ਹੈ, ਸਾਰੇ ਸਤਿਕਾਰਯੋਗ ਨੇ। ਔਰ ਸਿੱਖਾਂ ਦੇ ਵਿੱਚ ਤਾਂ ਕਿਸੇ ਨੂੰ ਜਿਹੜਾ ਕੋਈ ਹੇਠੀ ਕਰਨ ਦੀ ਗੱਲਬਾਤ ਕਦੇ ਨਹੀਂ ਆਈ, ਔਰ ਇਤਿਹਾਸ 'ਤੇ ਅਸੀਂ ਬਿਲਕੁਲ ਹੀ ਨਹੀਂ। ਬੇਸ਼ੱਕ ਕਿਸੇ ਪਿੰਡਾਂ ਦੇ ਵਿੱਚ ਕਿਸੇ ਹਉਮੈ ਰੋਗ ਦਾ ਸ਼ਿਕਾਰ ਹੋ ਕੇ ਕਿਸੇ ਨੇ ਬਣਾ ਲਏ ਹੋਣ ਗੁਰਦੁਆਰੇ, ਤਾਂ ਉਹ ਸਿੱਖ ਸਿਧਾਂਤ ਨਹੀਂ ਅਲਾਓ ਕਰਦਾ। ਤਾਂ ਆਪਾਂ ਇੱਧਰ ਆਉਂਦੇ ਹਾਂ, ਰਾਜਨੀਤੀ ਦੇ ਵਿੱਚ ਸਦਾ ਹੀ ਜਿਹੜਾ ਕਿ ਦਲਿਤ ਮੁੱਦਾ ਉਹ ਉਭਾਰੂ ਰਹਿੰਦਾ। ਜਦੋਂ ਦੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਆ, ਇਹਨਾਂ ਤੋਂ ਪਹਿਲਾਂ ਬੀਜੇਪੀ ਕਹਿ ਰਹੀ ਸੀ ਅਸੀਂ ਡਿਪਟੀ ਸੀਐਮ ਦਲਿਤ ਦੇਵਾਂਗੇ, ਦੂਜੀ ਪਾਰਟੀ ਕਹਿੰਦੀ ਅਸੀਂ ਦੇਵਾਂਗੇ। ਤਾਂ ਕੀ ਇਹ ਸਟੇਟਮੈਂਟ ਜਿਹੜੀ ਦਿੱਤੀ ਗਈ ਹੈ ਬਸਪਾ ਵੱਲੋਂ, ਇਹਦੇ ਪਿੱਛੇ ਸਿੱਧਾ ਇਹ ਵੀ ਅਸੀਂ ਕਹਿ ਸਕਦੇ ਹਾਂ ਵੀ ਇਹ ਤਾਂ ਦਿੱਤੀ ਗਈ ਵੀ 2022 ਦੀਆਂ ਚੋਣਾਂ ਦੇ ਵਿੱਚ ਜਿਹੜਾ ਕਿ ਦਲਿਤ ਵੋਟ ਬੈਂਕ ਨੂੰ ਇੱਕ ਵੱਖਰੇ ਪਾਸੇ ਜਿਹੜਾ ਖੜਾ ਕਰ ਲਿਆ ਜਾਵੇ? ਇਹਦੇ ਕੀ ਮਾਇਨੇ ਹੈਗੇ ਕਿ ਉਹ ਸਿੱਖਾਂ ਦੇ ਖਿਲਾਫ ਭੁਗਤਣ ਦੀ? ਕਿਉਂਕਿ ਇਹਦੇ ਬਹੁਤ ਨਤੀਜੇ ਭਿਆਨਕ ਨਿਕਲ ਸਕਦੇ ਜੇ ਇਹ ਗੱਲ ਨੂੰ, ਹਾਲਾਂਕਿ ਉਹਨਾਂ ਨੇ ਡਿਲੀਟ ਕਰ ਦਿੱਤਾ ਹੈ, ਪਰ ਡਿਲੀਟ ਕੀਤਿਆਂ ਜਿਹੜੀ ਉਹ ਚਿੰਗਾੜੀ ਉਹਨਾਂ ਨੇ ਸੁੱਟ ਦਿੱਤੀ ਹੈ, ਚਰਚਾ ਤਾਂ ਚੱਲ ਪਈ ਹੈ ਨਾ। ਜਿਹੜੇ ਨੌਜਵਾਨ ਦਲਿਤ ਨੇ ਉਹ ਕਹਿ ਰਹੇ ਵੀ ਤੁਸੀਂ ਸਾਡਾ ਮੁੰਡਾ ਮਾਰਿਆ, ਜਿਹੜੇ ਸਿੱਖ ਨੇ ਉਹ ਕਹਿੰਦੇ ਵੀ ਅਸੀਂ ਤੁਹਾਡਾ ਤਾਂ ਨਹੀਂ ਮਾਰਿਆ ਵੀ ਦਲਿਤ ਆ, ਉਹ ਤਾਂ ਨਿਹੰਗ ਸਿੰਘਾਂ ਨੇ ਜੋ ਵੀ ਹੈਗਾ ਉਹ ਕਹਿੰਦੇ ਵੀ ਉਹ ਬੇਅਦਬੀ ਕਰਨ ਆਇਆ ਸੀਗਾ। ਤਾਂ ਇਹ ਕਿੱਡਾ ਵੱਡਾ ਇਹਦਾ ਨੁਕਸਾਨ ਹੋ ਸਕਦਾ ਪੰਜਾਬ ਦੇ ਮਾਹੌਲ ਦੇ ਵਿੱਚ? ਪਹਿਲੀ ਗੱਲ ਤਾਂ ਆਪਾਂ ਨੂੰ ਮਤਲਬ ਜਦੋਂ ਵੀ ਸ਼ਬਦ ਵਰਤਦੇ ਹਾਂ ਦਲਿਤ ਜਾਂ ਸਿੱਖ ਵਰਤਣਾ ਹੀ ਨਹੀਂ ਚਾਹੀਦਾ, ਕਿਉਂਕਿ ਸਿੱਖੀ ਤਾਂ ਕਿਸੇ ਨੂੰ ਦਲਿਤ ਵਗੈਰਾ ਦਾ ਕੋਈ ਮਸਲਾ ਹੀ ਨਹੀਂ ਹੈ ਸਿੱਖੀ 'ਚ। ਤਾਂ ਜੇ ਇਸ ਤਰ੍ਹਾਂ ਹੁੰਦਾ ਤਾਂ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੀ ਕੋਈ ਜਾਤ ਦਾ ਉਹ ਨਾ ਕਰਦਾ, ਇਸ਼ੂ ਬਣ ਜਾਂਦਾ। ਇੱਥੇ ਪੰਜਾਬ 'ਚ ਕੋਈ ਮਸਲਾ ਨਹੀਂ ਹੈ। ਪੰਜਾਬ ਤੋਂ ਬਾਹਰ ਜਾਈਏ, ਕਦੀ ਸ਼ੰਕਰਾਚਾਰਿਆ ਦੇ ਦਲਿਤ ਹੋਣ 'ਤੇ ਜਾਂ ਗੈਰ ਬ੍ਰਾਹਮਣ ਹੋਣ 'ਤੇ ਤਾਂ ਸਵਾਲ ਖੜ੍ਹਾ ਹੋ ਸਕਦਾ। ਪੰਜਾਬ 'ਚ ਤਾਂ ਕੁਛ ਇਹੋ ਜਿਹਾ ਹੈ ਨਹੀਂ ਗਾ ਵੀ ਉਹ ਦਲਿਤ ਹੈ ਜਾਂ। ਸਭ ਤੋਂ ਵੱਡੀ ਗੱਲ ਇਹ ਸਮਾਜ 'ਚ ਧਰਮ ਦੀ ਪਛਾਣ ਦੇ ਤੌਰ 'ਤੇ ਹੀ ਸਾਰੀ ਵੰਡ ਹੋਈ ਹੈ। ਹੁਣ ਜਿੱਥੇ ਧਰਮ ਦੇ ਤੌਰ 'ਤੇ ਇਸ ਚੀਜ਼ ਦਾ ਕੋਈ ਮਸਲਾ ਹੀ ਨਹੀਂ ਹੈ ਕੌਣ ਕੀ ਹੈ, ਉੱਥੇ ਤਾਂ ਮਸਲਾ ਹੀ ਬੇਮਨ ਹੈ। ਸੋ ਸਿੱਖਾਂ ਦੇ ਕੰਟੈਕਸਟ ਤੋਂ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਦਲਿਤ ਵਾਲਾ ਕੋਈ ਐਡਾ ਵੱਡਾ ਮਸਲਾ ਹੈ। ਦੂਸਰਾ ਜਿਹੜਾ ਪੰਜਾਬ ਦੀ ਪੋਲੀਟਿਕਸ 'ਚ ਜੋ ਹੋਇਆ ਹੈ ਉਹ ਬਹੁਤ ਭਿਆਨਕ ਹੋਇਆ। ਇਹ ਮੈਂ ਅਕਾਲੀ ਦਲ ਤੋਂ ਵੀ ਗੱਲ ਕਰਦਾ ਵੀ ਜਿਹੜਾ ਇਹਨਾਂ ਨੇ ਕਿਹਾ ਜੀ ਡਿਪਟੀ ਸੀਐਮ ਅਸੀਂ ਇੱਕ ਹਿੰਦੂ ਬਣਾਵਾਂਗੇ, ਇੱਕ ਦਲਿਤ ਬਣਾਵਾਂਗੇ, ਇਹ ਮਤਲਬ ਬੇਲੋੜੀ। ਅਤੇ ਉਹਨਾਂ ਦਾ ਇੱਕ ਜਿਹੜਾ ਨਾ ਰਾਜਨੀਤੀ ਦੇ ਤੌਰ 'ਤੇ ਬੋਣਾਪਣ ਜਾਂ ਜੁਗਾੜਪੰਥੀ ਵਾਲਾ ਮਸਲਾ ਹੈ। ਮੈਨੂੰ ਤਾਂ ਕੋਈ ਦਿੱਕਤ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਦਲਿਤ ਬਣੇ, ਪਰ ਮੈਨੂੰ ਇਹ ਹੈ, ਹਾਲਾਂਕਿ ਮੈਂ ਇੱਕ ਨਾਨਕਪੰਥੀ ਟੱਬਰ ਤੋਂ ਹਾਂ,
ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਦੋ ਕੌਮੀ ਸਿਧਾਂਤ ਦੇ ਵਿੱਚ ਵੰਡ ਹੋਈ ਹੈ ਉਹ ਸਾਫ਼ ਧਾਰਮਿਕ ਪਛਾਣਾਂ ਦੀ ਵੰਡ ਸੀ। ਉਹਦੇ ਵਿੱਚ ਪਾਕਿਸਤਾਨ ਬਣਿਆ, ਮੁਸਲਮਾਨ ਪਾਕਿਸਤਾਨ ਬਣਿਆ ਤੇ ਹਿੰਦੂ ਇੰਡੀਆ ਬਣਿਆ। ਉਹਦੇ ਵਿੱਚ ਜਿਹੜਾ ਪੰਜਾਬ ਸੀਗਾ ਉਹ ਜਿਹੜਾ ਸੀ ਜਾਂ ਇੱਕ ਥਰਡ ਕੌਮ ਸੀਗੀ, 3 ਨੇਸ਼ਨ, ਉਹਦੇ ਵਿੱਚ ਤੀਸਰੀ ਨੇ ਹਿੰਦੂ ਇੰਡੀਆ ਦੇ ਨਾਲ ਰਹਿਣ ਦਾ ਇੱਕ ਫੈਸਲਾ ਕੀਤਾ। ਉਹਦੇ ਵਿੱਚ ਇਹ ਸੀਗਾ ਵੀ ਸਿੱਖ ਪੰਜਾਬ ਹੋਊਗਾ। ਸੋ ਇਹਦੇ ਵਿੱਚ ਤਾਂ ਕੋਈ ਬਾਹਲੀ ਵੱਡੀ ਗੱਲ ਹੀ ਨਹੀਂ ਸੀ। ਸੋਸ਼ਲ ਜਸਟਿਸ ਦੀ ਜਦ ਆਪਾਂ ਗੱਲ ਕਰਦੇ ਹਾਂ, ਜਦ ਆਪਾਂ ਰਿਜ਼ਰਵੇਸ਼ਨ ਨੂੰ ਮੈਂ ਸਮਝਦਾ ਕਿ ਜ਼ਰੂਰੀ ਹੈ ਸਮਾਜਿਕ ਇਨਸਾਫ ਦੀ ਨਜ਼ਰ ਤੋਂ, ਉਹਦੇ ਵਿੱਚ ਜੇ ਅਸੀਂ ਹਲਕੇਬੰਦੀ ਕਰ ਸਕਦੇ ਹਾਂ ਤਾਂ ਇੱਕ ਸਟੇਟ ਜਿੱਥੇ ਹੈ, ਜਿੱਥੇ ਇੱਕ ਮਾਈਨੋਰਿਟੀ ਬੈਠੀ ਹੈ, ਜਿਨ੍ਹਾਂ ਦਾ ਇੱਕ ਕਲਚਰਲ ਨੁਕਸਾਨ ਹੋ ਚੁੱਕਾ ਹੈ, ਜਿਨ੍ਹਾਂ ਦਾ ਇਲਾਕਾ ਉਹਨਾਂ ਕੋਲੋਂ ਖੋਹ ਲਿਆ ਗਿਆ ਹੈ, ਜਿਨ੍ਹਾਂ ਦਾ ਇੱਕ ਸੱਭਿਆਚਾਰਕ ਖਿੱਤਾ ਤਬਾਹ ਕਰ ਦਿੱਤਾ ਗਿਆ, ਤੇ ਉਹ ਬਾਰਡਰ ਸਟੇਟ ਹੈ। ਦੋ ਕੌਮਾਂ ਦੇ ਵਿਚਕਾਰ ਦੇ ਜਿਹੜਾ ਹੈ ਨਾ ਇੱਕ ਉਹ ਕਲੈਸ਼ ਪੁਆਇੰਟ 'ਤੇ ਬੈਠੇ ਹੈ। ਤੇ ਉੱਥੇ ਜੇ ਉਹਨਾਂ ਦੇ ਇੱਕ ਸਟੇਟ, ਉਹਨਾਂ ਦੇ ਮੁੱਖ ਮੰਤਰੀ ਨਹੀਂ ਬਰਦਾਸ਼ਤ ਹੁੰਦਾ ਜਾ ਰਿਹਾ ਤੇ ਕਦੀ ਕਹਿ ਦਿੰਦੇ ਆ ਜੀ ਇੱਥੇ ਆਹ ਹੋਣਾ ਚਾਹੀਦਾ ਜਾਂ ਆਹ ਹੋਣਾ। ਇਹ ਕਦੀ ਗੱਲ ਕੀ ਹਿਮਾਚਲ 'ਚ ਗੱਲ ਹੋਈ ਹੈ ਵੀ ਅਸੀਂ ਡਿਪਟੀ ਸੀਐਮ ਕੋਈ ਸਿੱਖ ਦੇ ਦਾਂਗੇ, ਜਾਂ ਕਦੀ ਹਰਿਆਣੇ 'ਚ ਗੱਲ ਹੋਈ ਹੈ ਉਹ ਡਿਪਟੀ ਸੀਐਮ ਕੋਈ ਸਿੱਖ ਦੇਣਗੇ, ਜਾਂ ਇੱਕ ਡਿਪਟੀ ਸੀਐਮ ਕੋਈ ਮੁਸਲਮਾਨ ਦੇਣਗੇ, ਜਾਂ ਯੂਪੀ ਵਿੱਚ ਕਦੀ ਇੱਦਾਂ ਹੋਇਆ ਵੀ ਇੱਕ ਡਿਪਟੀ ਸੀਐਮ ਉਹ ਮੁਸਲਮਾਨ ਦੇਣਗੇ। ਇਹ ਪੰਜਾਬ 'ਚ ਇਹੋ ਜਿਹੇ ਐਕਸਪੈਰੀਮੈਂਟ ਕਿਉਂ ਕੀਤੇ ਜਾ ਰਹੇ ਆ? ਤੇ ਅਕਾਲੀ ਦਲ ਦੀ ਤਾਂ ਹਾਸੋਹੀਨਤਾ ਹੈ ਵੀ ਅਕਾਲੀ ਦਲ ਇਹ ਗੱਲ ਹੀ ਨਹੀਂ ਰੱਖ ਪਾ ਰਿਹਾ। ਇਹ ਜਿਹੜਾ ਹੈ ਨਾ ਪੋਲੀਟੀਕਲ ਪਾਰਟੀਆਂ ਨੇ ਇੱਕ ਛੰਛਣਾ ਦਿਖਾਉਣਾ ਸ਼ੁਰੂ ਕਰਤਾ ਜੀ, ਦਲ ਤਾਂ ਉਹਦੇ ਨਾਲ ਹੋ ਜਾਊਗਾ ਜਾਂ ਇੱਕ ਹਿੰਦੂ ਉਹ ਕਰ ਦੂਗੇ। ਹੁਣ ਜੇ ਮੰਨ ਲਓ ਕਿ ਕਿਸੇ ਹਿੰਦੂ ਭਾਈਚਾਰੇ 'ਚ ਹੀ ਹੈ, ਜੇ ਕ੍ਰਾਈਟੇਰੀਆ ਵੀ ਉਹਦਾ ਇੱਕ ਇਹ ਹੈ ਵੀ ਹਿੰਦੂ ਹੋਣ ਕਰਕੇ ਕਿਸੇ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਰਿਹਾ, ਤਾਂ ਉਹਨਾਂ ਦਾ ਇਹ ਦਾਅਵੇਦਾਰੀ ਕਿੱਥੋਂ ਖਤਮ ਹੋ ਜਾਂਦੀ ਵੀ ਉਹ ਮੁੱਖ ਮੰਤਰੀ ਨਹੀਂ ਬਣਾ ਸਕਦੇ। ਸੋ ਇੱਥੇ ਗੱਲ ਸਿਧਾਂਤਿਕ ਤੌਰ 'ਤੇ ਮਸਲਾ ਸਮਝਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ 'ਚ ਹੈ, ਪੰਜਾਬ 'ਚ ਪੱਗ ਤੋਂ ਬਿਨਾਂ ਮੁੱਖ ਮੰਤਰੀ ਜੱਚਦਾ ਹੀ ਨਹੀਂ, ਅਤੇ ਪੰਜਾਬ 'ਚ ਹਮੇਸ਼ਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ। ਇਹ ਸਿੱਖਾਂ ਦਾ ਇੱਕ ਹੱਕ ਹੈ। ਹੁਣ ਇੱਥੇ ਗੱਲ ਕਰਦੇ ਨਹੀਂ ਦਲਿਤਾਂ ਦੀ ਜਾਂ ਹੋਰ ਮਸਲੇ 'ਚ, ਸਿੱਖਾਂ ਦੇ ਵਿੱਚ ਤਾਂ ਕੋਈ ਮਸਲਾ ਹੀ ਨਹੀਂ ਹੈ ਵੀ ਜਿਹੜਾ ਮਰਜ਼ੀ ਉਹ ਹੋਵੇ, ਇੱਕ ਸਿੱਖ ਦੀ ਪਛਾਣ ਦੇ ਤੌਰ 'ਤੇ ਹੈ ਪੰਜਾਬ। ਉੱਥੇ ਦੂਸਰੇ ਬੰਦੇ ਨੂੰ ਦਾਅਵੇਦਾਰੀ ਦਾ ਕੋਈ ਉਹ ਨਹੀਂ ਆ। ਉਹਨਾਂ ਨੂੰ ਹਾਂ ਦੂਸਰੇ ਉਹਦੇ ਵਿੱਚ ਦਾਅਵੇਦਾਰੀ ਮਿਲ ਸਕਦੀ ਹੈ, ਉਹਨਾਂ ਨੂੰ ਰੀਪ੍ਰਜੈਂਟੇਸ਼ਨ ਮਿਲਣੀ ਚਾਹੀਦੀ ਹੈ। ਪਰ ਉੱਥੇ ਇਹ ਕਹਿ ਦੇਣ ਕਿ ਇੱਕ ਸਿੱਖ ਹੋਣ ਕਰਕੇ ਵੀ ਇਹ ਸਾਡੇ 'ਤੇ ਜ਼ੁਲਮ ਕਰਦੇ ਜਾਂ ਪੋਲੀਟੀਕਲੀ ਸਾਨੂੰ ਨਾਲ ਧੱਕਾ ਕਰਦੇ ਆ, ਇਹ ਬਹੁਤ ਮਾੜਾ ਵਰਤਾਰਾ ਹੈ। ਪੰਜਾਬ 'ਚ ਮੈਂ ਕਹਿੰਦਾ ਕਿ ਜੇ ਸਾਡਾ ਸਮਾਜ ਹੈ, ਮੈਂ ਦੇਖਦਾ ਵੀ 84 ਦਾ ਐਡਾ ਮਾੜਾ ਵਰਤਾਰਾ ਹੋਇਆ, ਜਿੱਥੇ ਸਾਡੇ ਮਤਲਬ ਸਿੱਖ ਸਮਾਜ ਨੂੰ ਵੱਢਿਆ ਗਿਆ, ਦਿੱਲੀ 'ਚ ਪੂਰੇ ਭਾਰਤ ਦੀ ਰਾਜਧਾਨੀ 'ਚ ਵੱਢਿਆ ਗਿਆ। ਜੇ ਸਿੱਖਾਂ ਵਿੱਚ ਇੱਦਾਂ ਦਾ ਕਮਿਊਨਲ ਐਲੀਮੈਂਟ ਹੁੰਦਾ ਤਾਂ ਪੰਜਾਬ 'ਚ ਤਾਂ ਲਾਸ਼ਾਂ ਦੇ ਢੇਰ ਲੱਗ ਜਾਣੇ ਸੀ। ਇਹ ਸਾਡੇ ਇੱਕ ਜੋ ਸਾਨੂੰ ਸੱਭਿਆਚਾਰਕ ਗੁੜਤੀ ਮਿਲੀ ਹੈ ਉਹ ਸਾਨੂੰ ਇਸ ਚੀਜ਼ ਤੋਂ ਰੋਕਦੀ ਹੈ। ਅਤੇ ਸਾਡੇ ਲਈ ਇਹ ਸਮਾਜਿਕ ਤੌਰ 'ਤੇ ਮਤਲਬ ਐਡਾ ਮਸਲਾ ਨਹੀਂ ਹੈ ਵੀ ਕੌਣ ਕੀ ਹੋਣਾ ਚਾਹੀਦਾ। ਸਾਡੇ ਲਈ ਤਾਂ ਇਖਲਾਕੀ ਪੋਲੀਟਿਕਸ ਦਾ ਮਸਲਾ ਹੈ, ਕੋਈ ਵਰਗ ਵੰਡ ਦੀ ਗੱਲ ਨਹੀਂ ਹੈ। ਸਿੱਖਾਂ ਦੀ ਇੱਕ ਰੀਪ੍ਰਜੈਂਟੇਸ਼ਨ ਦੇ ਤੌਰ 'ਤੇ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ। ਉੱਥੇ ਦਲਿਤ ਵਾਲਾ ਕੋਈ ਮਸਲਾ ਨਹੀਂ ਹੈ ਜੀ। ਬਿਲਕੁਲ। ਤਾਂ ਪੰਜਾਬ ਦੇ ਵਿੱਚ ਜਿੰਨੇ ਵੀ ਵਰਗ ਨੇ ਸਭ ਨੂੰ ਸਤਿਕਾਰ ਮਿਲਣਾ ਚਾਹੀਦਾ ਹੈ, ਹੱਕ ਮਿਲਣੇ ਚਾਹੀਦੇ ਆ, ਬਰਾਬਰਤਾ ਮਿਲਣੀ ਚਾਹੀਦੀ ਹੈ। ਕਿਸੇ ਨੂੰ ਉਹਦੀ ਜਾਤ ਕਰਕੇ, ਪਾਤ ਕਰਕੇ, ਉਹਦੇ ਧਰਮ ਕਰਕੇ ਉਹਨੂੰ ਹੇਠੀ ਨਹੀਂ ਹੋਣੀ ਚਾਹੀਦੀ। ਇਹ ਬਹੁਤ ਅਹਿਮੀਅਤ ਹੈ, ਕਿਉਂਕਿ ਪੰਜਾਬ ਨੂੰ ਜਿਸ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਆ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਦੇ ਜਿਉਂਦਾ ਗੁਰਾਂ ਦੇ ਨਾਂ 'ਤੇ। ਤਾਂ ਜੇ ਅਸੀਂ ਗੁਰੂ ਪਾਤਸ਼ਾਹ ਦਾ ਇਤਿਹਾਸ ਦੇਖਦੇ ਹਾਂ, ਲੰਗਰ ਪੰਗਤ ਆ, ਗੁਰੂ ਨਾਨਕ ਪਾਤਸ਼ਾਹ ਦੇ ਸਭ ਤੋਂ ਪਿਆਰੇ ਜਿਹੜੇ ਸਭ ਤੋਂ ਪਹਿਲੇ ਸਿੱਖ ਨੇ ਭਾਈ ਮਰਦਾਨਾ ਸਾਹਿਬ ਨੇ, ਉਹ ਮਰਾਸੀ ਨੇ, ਖੱਤਰੀ ਨੇ। ਕਿੱਡਾ ਕਮਾਲ ਦਾ ਸੁਮੇਲ ਹੈ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਸਾਜਿਆ ਤੇ ਉਹਨੇ ਥੋੜ੍ਹੀ ਕਿਹਾ ਵੀ ਇਕੱਲੇ ਜੱਟ ਆ ਜੋ, ਨਹੀਂ, ਝੀਵਰ ਵੀ ਹੈ, ਨਾਈ ਵੀ ਹੈ, ਸ਼ਿਵ ਸਾਰੇ ਆਏ ਨੇ। ਤਾਂ ਇਹ ਸਿੱਖੀ ਦਾ ਜਿਹੜਾ ਸੁਹੱਪਣ ਹੈ, ਇਹ ਪੰਜਾਬ ਦਾ ਵੀ ਸੁਹੱਪਣ ਆ। ਤਾਂ ਗੰਗਵੀਰ ਜੀ, ਮੈਂ ਇੱਕ ਕਹਿਣਾ ਇਹ ਤਾਂ ਹੈ ਵੀ ਚਲੋ ਸਿੱਖੀ ਦੇ ਸੰਦਰਭ ਤੋਂ ਅਸੀਂ ਗੱਲ ਕਰਾਂਗੇ ਤਾਂ ਸਾਡੀ ਜ਼ੁਬਾਨ ਛੋਟੀ ਪੈ ਜਾਂਦੀ ਹੈ। ਅਤੇ ਜਿਹੜੇ ਲੀਡਰ ਕਹਿੰਦੇ ਆ ਵੀ ਅਸੀਂ ਦਲਿਤਾਂ ਦੇ ਲੀਡਰ ਆ, ਤਾਂ ਉਹ ਦਲਿਤਾਂ ਦੇ ਜਿਹੜੇ ਅਸਲ ਮਸਲੇ ਆ ਉਹਨਾਂ 'ਤੇ ਕਿੰਨੇ ਕੁ ਜਿਹੜੇ ਕਿ ਉਹ ਚਿੰਤਤ ਹੈਗੇ। ਜਿੱਦਾਂ ਉਹ ਮੱਤੇਵਾੜਾ ਜੰਗਲ ਦੇ ਲਾਗੇ ਸੇਖੋਵਾਲ ਦਾ ਹੈਗਾ ਮਸਲਾ, ਜਾਂ ਕਈ ਹੋਰ ਥਾਂ ਹੋਏ ਆ। ਇੱਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇੱਕ ਮੰਦਿਰ ਦੇ ਵਿੱਚ ਜਾਣ ਤੋਂ ਰੋਕਿਆ ਜਾਂਦਾ, ਭਾਰਤ ਦੇ ਵਿੱਚ, ਪੰਜਾਬ ਨਹੀਂ ਹੈਗਾ ਉਹ। ਉੱਥੇ ਤਾਂ ਕਹਿੰਦੇ ਨੇ ਵੀ ਵੇਖੋ ਜੀ ਸਾਡੇ ਦਲਿਤ ਨੂੰ ਜਾਣ ਤੋਂ ਰੋਕਤਾ, ਉੱਥੇ ਸਿਰ ਨੀਵਾਂ ਕਰ ਲਾ ਵੀ ਰਾਸ਼ਟਰਵਾਦ ਨਾ ਭੰਗ ਹੋ ਜੇ। ਤਾਂ ਜੇ ਪੰਜਾਬ ਦੇ ਵਿੱਚ ਹਾਲਾਂਕਿ ਇਸ ਘਟਨਾ ਨੂੰ ਏਡੀ ਵੱਡੀ ਬਣਾਤਾ, ਜਿਹੜੇ ਕਹਿੰਦੇ ਆ ਵੀ ਅਸੀਂ ਦਲਿਤਾਂ ਦੇ ਲੀਡਰ ਆ, ਉਹ ਸੱਚਮੁੱਚ ਦਲਿਤ ਭਾਈਚਾਰੇ ਦੇ ਜਿਹੜੇ ਸੱਜਣਾ ਵਾਸਤੇ, ਉਸ ਕਮਿਊਨਿਟੀ ਦੇ ਸੱਚਮੁੱਚ ਹੱਕਾਂ ਦੀ ਕਿੰਨੀ ਕੁ ਗੱਲ ਕਰਦੇ, ਕਿੰਨੇ ਕੁ ਚਿੰਤਕ ਇਮਾਨਦਾਰ ਕਿੰਨੇ ਕੁ, ਤੁਹਾਨੂੰ ਕੀ ਲੱਗਦਾ? ਤੁਹਾਨੂੰ ਇਹ ਪਤਾ ਇਸ ਤਰ੍ਹਾਂ ਹੈ ਵੀ ਜਿੱਦਾਂ ਮੌਜੂਦਾ ਅਕਾਲੀ ਦਲ 'ਚ ਜਿਹਨੂੰ ਇੱਕ ਪ੍ਰਾਈਵੇਟ ਲਿਮਟਿਡ ਫਰਮ ਬਣਾਤਾ, ਉਹ ਕਹਿ ਦਿੰਦੇ ਵੀ ਪੰਥਕ ਹੋਣ ਦਾ ਸਰਟੀਫਿਕੇਟ ਸਾਡੇ ਕੋਲ ਹੋ। ਇੱਦਾਂ ਇਹ ਦਲਿਤਾਂ ਦੇ ਜਿਹੜੇ ਲੰਬੜਦਾਰ ਹੈ ਬਣਦੇ ਹੈ ਵੀ
ਵੀ ਸਾਡੇ ਕੋਲ ਉਹ ਹੈ ਵੀ ਸਾਡਾ ਹੱਕ ਹੈ। ਹੁਣ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਪਿਛਲੇ ਹਫਤੇ ਕਾਂਸ਼ੀ ਰਾਮ ਜੀ ਦੀ ਇੱਕ ਪ੍ਰੀ ਨਿਰਵਾਣ ਦਿਵਸ 'ਤੇ ਪ੍ਰੋਗਰਾਮ ਕਰ ਰਿਹਾ, ਅਤੇ ਇਹ ਮਤਲਬ ਮੇਰਾ ਕੋਈ ਪਹਿਲਾ ਇਹੋ ਜਿਹਾ ਪ੍ਰੋਗਰਾਮ ਨਹੀਂ ਹੈ। ਮੈਂ 10-12 ਸਾਲ ਤੋਂ ਚੰਡੀਗੜ੍ਹ ਜਾਂ ਆਸੇ ਪਾਸੇ ਹੋਰ ਇਲਾਕਿਆਂ 'ਚ ਪੰਜਾਬ 'ਚ ਐਕਟਿਵ ਹੈ। ਆਪਣੇ ਇਲਾਕੇ 'ਚ ਘੱਟ ਮੈਂ ਜੁੜਿਆ ਹੋਇਆ ਸੀਗਾ, ਅਤੇ ਇੱਥੇ ਉਹ ਕਰਾਤਾ ਅਤੇ ਉੱਥੇ ਲੋਕਾਂ ਨੇ ਫੋਨ ਕਰਨੇ ਸ਼ੁਰੂ ਕਰਤੇ ਵੀ ਇਹ ਤਾਂ ਸਾਡੇ ਸਮਾਜ ਦੇ ਗੱਦਾਰ ਲੋਕ ਹੈ, ਵੀ ਇੱਦਾਂ ਵੀ ਇਹ ਗੱਦਾਰੀ ਹੋਊਗੀ ਸਮਾਜ ਨਾਲ, ਮਤਲਬ ਇਹ ਦਲਿਤ ਪੋਲੀਟਿਕਸ ਦੇ ਜਿਹੜੇ ਠੇਕੇਦਾਰ ਹੈ। ਹੁਣ ਜਦੋਂ ਮੱਤੇ ਆੜੇ ਦਾ ਮਸਲਾ ਸੀਗਾ, ਉਹਦੇ ਕੋਲ ਸਿੱਖੋਵਾਲ ਪਿੰਡ ਦਾ ਮਸਲਾ ਸੀਗਾ, ਉੱਥੇ ਪਹੁੰਚਣ ਵਾਲਿਆਂ ਨੇ ਕਦੀ ਇਹ ਨਹੀਂ ਦੇਖਿਆ ਵੀ ਇਹ ਦਲਿਤਾਂ ਦਾ ਮਸਲਾ ਹੈ ਜਾਂ ਮਜ਼੍ਹਬੀ ਸਿੱਖਾਂ ਦਾ ਮਸਲਾ ਹੈ, ਅਸੀਂ ਨਹੀਂ ਜਾਣਾ। ਉਸ ਪਿੰਡ 'ਚ ਕੋਈ ਆਬਾਦੀ ਹੋਰ ਜਾਤ ਦੀ ਹੈ ਹੀ ਨਹੀਂ ਹੈ। ਉਦੋਂ ਅਸੀਂ ਪਹੁੰਚ ਕੀਤੀ ਸੀ ਇਹਨਾਂ ਤੱਕ ਵੀ ਆ ਜਿਹੜੇ ਦਲਿਤ ਲੰਬੜਦਾਰ ਬੈਠੇ ਆ ਵੀ ਬਕਾਇਦਾ ਮੇਰੇ ਕੋਲ ਫੋਨ 'ਚ ਸਾਰਾ ਉਹ ਹੈ, ਡਾਟਾ ਪਿਆ ਹੈ, ਜੋ ਉਹਨਾਂ ਨੂੰ ਸਾਰੇ ਦਸਤਾਵੇਜ਼ ਭੇਜੇ ਹੋਏ ਆ, ਉਹਨਾਂ ਫੋਨ ਡਿਟੇਲ ਪਈਆਂ ਵੀ ਕਿਸ ਕਿਸ ਤਰੀਕ ਨੂੰ ਉਹਨਾਂ ਨੂੰ ਸੰਪਰਕ ਕੀਤਾ ਗਿਆ, ਅਤੇ ਪੂਰੇ ਮੀਡੀਆ 'ਚ ਘੁੰਮਿਆ, ਇੰਗਲਿਸ਼ ਅਖਬਾਰਾਂ ਤੋਂ ਲੈ ਕੇ ਹਰ ਜਗ੍ਹਾ ਗੱਲ ਪਹੁੰਚੀ ਹੈ। ਜਿੱਥੇ ਇੱਕ ਪੂਰਾ ਦਲਿਤਾਂ ਦਾ ਪਿੰਡ ਹੀ ਉਜਾੜ ਦਿੱਤਾ ਗਿਆ ਵੀ ਜਾਓ ਇੱਥੋਂ ਭਾਜੋ, ਉੱਥੇ ਤਾਂ ਇਹ ਦੇਖ ਲਓ ਵੀ ਮੁਆਵਜ਼ੇ ਦੀ ਪਾਲਿਸੀ ਵੀ ਰਾਜਪੁਰੇ ਹੋਰ ਹੈ, ਅਤੇ ਉੱਥੇ ਕੁਝ ਵੀ ਨਹੀਂ ਮੁਆਵਜ਼ਾ ਦਿੱਤਾ ਗਿਆ। ਉੱਥੇ ਤਾਂ ਇਹਨਾਂ ਨੇ ਦਲਿਤਾਂ ਦਾ ਸੁਣਿਆ ਨਹੀਂ। ਉੱਥੇ ਸੁਖਬੀਰ ਬਾਦਲ ਨੇ ਇਹ ਨਹੀਂ ਦੇਖਿਆ ਵੀ ਉਹ ਪੰਥ ਬੈਠਾ, ਵੀ ਉਹ ਮਜ਼੍ਹਬੀ ਸਿੱਖਾਂ ਦਾ ਪਿੰਡ ਹੈ। ਜੇ ਭੁੱਜ ਦੀ ਅਸੀਂ ਗੱਲ ਕਰ ਸਕਦੇ ਹਾਂ, ਸਕੌਟ ਫਾਰਮ ਯੂਪੀ ਦੀ ਗੱਲ ਕਰ ਸਕਦੇ ਹਾਂ, ਜੇ ਪੰਜਾਬ 'ਚ ਕੀ ਹੋ ਰਿਹਾ ਉੱਥੇ ਉਹ ਨਹੀਂ ਬੋਲੇ। ਉੱਥੇ ਇਹ ਜਿਹੜੇ ਗੜੀ ਸਾਹਿਬ ਸੀਗੇ ਜਿਨ੍ਹਾਂ ਨੂੰ ਅੱਜ ਦਲਿਤਾਂ ਦਾ ਹੇਜ ਜਾਗ ਪਿਆ ਜੀ, ਉਹ ਸਾਡਾ ਮੁੰਡਾ ਦਿੱਲੀ ਮਾਰ ਦਿੱਤਾ, ਉਸ ਟਾਈਮ ਇਹਨਾਂ ਦਾ ਹੇਜ ਕਿੱਥੇ ਗਿਆ? ਅੱਜ ਤੱਕ 20 ਕਿਲੋਮੀਟਰ ਹੋਏਗਾ ਬਲਾਚੌਰ ਤੋਂ, 20 ਤੋਂ 30 ਕਿਲੋਮੀਟਰ ਹੋਊਗਾ ਸਾਰਾ ਸਿੱਖੋਵਾਲ, ਅੱਜ ਤੱਕ ਨਹੀਂ ਗਏ। ਉਹ ਪਿੰਡ 'ਚ ਜਾ ਕੇ ਪਤਾ ਕਰ ਲੈਣਾ ਤੁਸੀਂ ਵੀ ਉਹ ਕਿੰਨੀ ਕੁ ਵਾਰ ਗਏ ਆ, ਕੀ ਉਹਨਾਂ ਦਾ ਇੱਕ ਪਬਲਿਕ ਸਟੇਟਮੈਂਟ ਨਹੀਂ ਦੇ ਸਕੇ। ਸੋ ਕਿੱਥੋਂ ਇਹ ਦਲਿਤਾਂ ਦੀ ਗੱਲ ਕਰ ਲੂਗੀ? ਦੂਸਰੀ ਗੱਲ ਕਿਤੋਂ ਕਹਿ ਦਿੰਦੇ ਆ ਜੀ ਇਹ ਮੰਡਲ ਕਮਿਸ਼ਨ ਲਾਗੂ ਕਰਾਂਗੇ ਅਸੀਂ ਜੀ, ਵਿਦਿਨ ਜਿੰਨੀਆਂ ਇਹਨਾਂ ਦੀ 20 ਸੀਟਾਂ ਵੈ ਇਹ ਦੱਸ ਦੇਣ ਵੀ ਸੋਸ਼ਲ ਜਸਟਿਸ ਦੀ ਪੋਲੀਟਿਕਸ ਦੇ ਹਿਸਾਬ ਨਾਲ ਉਹਨਾਂ ਦੀ ਵੰਡ ਕੀਤੀ ਗਈ ਹੈ। ਇਹਨਾਂ ਨੇ ਕਿੰਨੇ ਪਛੜੀਆਂ ਨੂੰ ਸੀਟਾਂ ਦਿੱਤੀਆਂ ਗਈਆਂ, ਕਿੰਨੀਆਂ ਸੀਟਾਂ ਇਹਨਾਂ ਨੇ ਦਲਿਤਾਂ ਦੇ ਵਿੱਚ ਬਾਕੀ ਜਾਤਾਂ ਨੂੰ ਦਿੱਤੀਆਂ। ਬਹੁਜਨਵਾਦ ਦੀ ਤਾਂ ਗੱਲ ਬਹੁਤ ਦੂਰ ਦੀ ਹੈ, ਇਹ ਤਾਂ ਕੁਛ ਵੀ ਨਹੀਂ ਉਹ ਕਰਦੇ। ਇਹ ਤਾਂ ਜਸਟ ਆਪਣਾ ਇੱਕ ਇਹਨਾਂ ਨੇ ਛੰਛਣਾ ਚਲਾਇਆ ਹੋਇਆ ਵੀ ਅਸੀਂ ਲੰਬੜਦਾਰ ਹਾਂ ਦਲਿਤ ਪੋਲੀਟਿਕਸ ਦੇ, ਸਾਡੇ ਤੋਂ ਬਿਨਾਂ ਇਹ ਸਰਟੀਫਿਕੇਟ ਕੋਈ ਇਸ਼ੂ ਨਹੀਂ ਕਰ ਸਕਦਾ। ਸੋ ਇਹੋ ਜਿਹੇ ਬੰਦਿਆਂ ਨੂੰ ਖਾਰਜ ਕਰਨਾ ਚਾਹੀਦਾ। ਅਤੇ ਮੈਂ ਕਹਿੰਦਾ ਵੀ ਜਦ ਤੱਕ ਇਹ ਬਿਆਨ ਦੀ ਮਾਫੀ ਨਹੀਂ ਮੰਗਦੇ ਵੀ ਜਿਹੜਾ ਇਹਨਾਂ ਨੇ ਦਿੱਲੀ ਆਰੇ ਦਿੱਤਾ, ਹਾਲਾਂਕਿ ਮੈਂ ਹਾਲੇ ਵੀ ਕਹਿੰਦਾ ਵੀ ਇਹ ਘਟਨਾ ਸ਼ੱਕੀ ਹੈ, ਇਹਦੀ ਫੇਰ ਪੜਤਾਲ ਹੋਵੇ, ਪਰ ਜਦ ਤੱਕ ਇਹ ਮਾਫੀ ਨਹੀਂ ਮੰਗਦੇ ਇਹਨਾਂ ਕੋਲ ਸਵਾਲ ਹੋਣਾ ਚਾਹੀਦਾ। ਅਤੇ ਦੂਸਰਾ ਇਹਨਾਂ ਦੇ ਭਾਈਵਾਲਾਂ 'ਤੇ ਵੀ ਹੋਣਾ ਚਾਹੀਦਾ। ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਕਿਤੇ ਇਹਨਾਂ ਨੇ ਜਿਹੜਾ ਬਿਆਨ ਵੀ ਮਾਇਆਵਤੀ ਜੀ ਨੇ ਦਿੱਤਾ ਹੈ ਜਾਂ ਇਹਨਾਂ ਦੇ ਗੜੀ ਸਾਹਿਬ ਨੇ, ਕਿਤੇ ਨਾ ਕਿਤੇ ਸੁਖਬੀਰ ਬਾਦਲ ਨੇ ਕਿਹਾ ਹੋਣਾ ਵੀ ਭਾਈ ਕਰ ਤੂੰ ਮਸਲਾ ਚੱਕ, ਵੀ ਜੇ ਚੰਨੀ ਜਾਊਗਾ ਤਾਂ ਵੀ ਅਸੀਂ ਘੇਰਾਂਗੇ, ਜੇ ਨਹੀਂ ਗਿਆ ਤਾਂ ਵੀ ਅਸੀਂ ਘੇਰਾਂਗੇ। ਹੁਣ ਇਹ ਦੱਸਣ ਵੀ ਅਕਾਲੀ ਦਲ ਦੱਸਣ ਵੀ ਉਹਨਾਂ ਦਾ ਇਸ ਮਸਲੇ 'ਤੇ ਕੀ ਸਟੈਂਡ ਹੈ, ਅਤੇ ਕੀ ਮਤਲਬ ਉਹ ਦਲਿਤ ਵਰਸਸ ਕਿਸੇ ਹੋਰ ਜਾਤ ਦਾ ਮਸਲਾ ਵੀ ਉਸ ਬੰਦੇ ਨੂੰ ਦਲਿਤ ਹੋਣ ਕਰਕੇ ਮਾਰਿਆ ਗਿਆ, ਜਾਂ ਮਹਾਰਾਜ ਦੀ ਜਿਹੜੀ ਬੇਅਦਬੀ ਹੋਈ ਹੈ, ਮਤਲਬ ਇਸ ਦੀ ਇੱਕ ਫੇਅਰ ਪੜਤਾਲ ਚਾਹੀਦੀ ਹੈ। ਵੀ ਉਹ ਤੋਂ ਬਿਨਾਂ ਇਹੋ ਜਿਹੀ ਬਿਆਨਬਾਜ਼ੀ 'ਤੇ ਉਹ ਕੀ ਰੁੱਖ ਰੱਖਦੇ ਹਨ, ਇਹ ਅਕਾਲੀ ਦਲ ਨੂੰ ਵੀ ਸਟੈਂਡ ਕਰਨਾ ਚਾਹੀਦਾ ਹੈ, ਇਸ ਕਲੀਅਰ ਗੱਲ ਕਰਨੀ ਚਾਹੀਦੀ ਹੈ ਇਸ ਬਾਰੇ। ਜੀ ਬਿਲਕੁਲ ਬਿਲਕੁਲ। ਤਾਂ ਇਹ ਮਸਲਾ ਜਿਹੜਾ ਬਹੁਤ ਸੈਂਸਿਟਿਵ ਹੈ, ਬੇਅਦਬੀ ਦਾ ਮਸਲਾ ਜਿਹੜਾ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ, ਪੂਰੀ ਦੁਨੀਆ ਦੇ ਵਿੱਚ ਸਿੱਖ ਵਸਦੇ ਆ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਜਿਹੜਾ ਕਿ ਉਹ ਸੱਚੇ ਪਾਤਸ਼ਾਹ ਦਾ ਸਰੂਪ ਮੰਨਦੇ ਆ। ਤਾਂ ਗੰਗਵੀਰ ਜੀ, ਪੰਜਾਬ ਦੀ ਜਿਹੜੀ ਵੋਟ ਪਰਸੈਂਟੇਜ ਹੈ ਲਗਭਗ 52-53% ਜਿਹੜੀ ਉਹ ਨੌਜਵਾਨੀ ਹੈ। ਔਰ ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ, ਕਾਲਜਾਂ 'ਚ ਪੜ੍ਹਦੇ ਸੀ, ਅਸੀਂ ਉਦੋਂ ਮਿੱਤਰ ਕਿਸੇ ਨੂੰ ਬਣਾਉਂਦੇ ਸੀ ਜਾਂ ਜਿਹਦੇ ਨਾਲ ਸਾਡਾ ਮੋਹ ਪਿਆਰ ਬਣ ਜਾਂਦਾ ਸੀ ਕਿਸੇ ਸੱਜਣ ਮਿੱਤਰ ਦੇ ਨਾਲ, ਉਹਨੂੰ ਅਸੀਂ ਜਾਤ ਨਹੀਂ ਸੀ ਪੁੱਛਦੇ ਕਦੇ। ਅਸੀਂ ਉਹਦੀ ਰੋਟੀ ਵੀ ਖਾਂਦੇ ਸੀ, ਉਹ ਸਾਡੀ ਰੋਟੀ ਵੀ ਖਾਂਦਾ ਸੀ, ਅਸੀਂ ਦੁੱਖ ਸੁੱਖ 'ਚ ਵੀ ਖਲੋਂਦੇ ਸੀ। ਔਰ ਬਚਪਨ ਦੀਆਂ ਸਾਡੀਆਂ ਪਈਆਂ ਹੋਈਆਂ ਯਾਰੀਆਂ ਜਿਹੜੀਆਂ ਨੇ ਕਦੇ ਜਾਤ ਪਾਤ ਦੇ ਆਧਾਰ 'ਤੇ ਨਹੀਂ ਸੀ, ਉਹ ਮਰਨ ਤੱਕ ਵੀ ਨਿਭਦੀਆਂ ਨੇ। ਤਾਂ ਇਸ ਵਕਤ ਸੋਸ਼ਲ ਮੀਡੀਆ 'ਤੇ ਚਰਚਾ ਚੱਲ ਰਹੀ ਹੈ, ਜਸਵੀਰ ਸਿੰਘ ਗੜੀ ਦੇ ਬਿਆਨ ਤੋਂ ਬਾਅਦ ਚੱਲ ਰਹੀ ਹੈ। ਭਾਰਤੀ ਮੀਡੀਆ ਨੇ ਜਿਹੜੀ ਚੁਆਤੀ ਸੁੱਟੀ ਹੈ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣ ਦੀ, ਵੀ ਦਲਿਤ ਮਾਰਤਾ ਉੱਥੇ, ਉਹ ਚੱਲ ਰਹੀ ਹੈ। ਤਾਂ ਇਸ ਨੌਜਵਾਨੀ ਦਾ ਜਿਹੜਾ ਕਿ ਉਹ ਸਹੀ ਤੁਹਾਨੂੰ ਕੀ ਜਾਪਦਾ ਵੀ ਕੀ ਫਰਜ਼ ਬਣਦਾ ਹੈ ਅਸੀਂ ਪੰਜਾਬ ਦੇ ਮਾਹੌਲ ਨੂੰ ਸੁਹਾਵਣਾ ਰੱਖਣਾ? ਪੰਜਾਬ ਪਹਿਲਾਂ ਹੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਚੱਲ ਚੁੱਕਾ, ਸਾਡੇ ਕੋਲ ਜਵਾਨੀ ਬਚੀ ਨਹੀਂ ਗਈ। ਸਾਡੀ ਜੇ ਜਵਾਨੀ ਸਾਰੀ ਇੱਥੇ ਹੁੰਦੀ ਜਿਹੜੀ ਵਿਦੇਸ਼ਾਂ 'ਚ ਚਲੇ ਗਈ ਹੈ, ਤਾਂ 52% ਕੀ ਤੇ 70% ਵੋਟ ਪਰਸੈਂਟੇਜ ਜਿਹੜੀ ਬਾਹਰ ਚਲੇ ਗਈ ਹੈ। ਤਾਂ ਨੌਜਵਾਨੀ ਨੂੰ ਭਰਮਾਉਣ ਦੇ ਵਾਸਤੇ ਸਿਆਸੀ ਲੀਡਰ ਵੀ ਬਹੁਤ ਕੁਝ ਕਰਦੇ ਆ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਨੌਜਵਾਨੀ ਦਾ, ਮੁੰਡਿਆਂ ਦਾ, ਕੁੜੀਆਂ ਦਾ, ਜਿਹੜੇ ਸੋਸ਼ਲ ਮੀਡੀਆ 'ਤੇ ਪੂਰੀ ਦੀ ਪੂਰੀ ਵੇਵ ਖੜੀ ਕਰਦੇ ਆ, ਜਿੱਦਾਂ ਕਿਸਾਨੀ ਸੰਘਰਸ਼ ਦੇ ਵਿੱਚ ਵੇਖੋ ਹਨੇਰੀ ਲਿਆਤੀ ਮੁੰਡਿਆਂ ਨੇ, ਕੁੜੀਆਂ ਨੇ, ਟਵਿੱਟਰ 'ਤੇ, ਇੰਸਟਾ 'ਤੇ, ਫੇਸਬੁੱਕ 'ਤੇ। ਤਾਂ ਉਹਨਾਂ ਦਾ ਫਰਜ਼ ਕੀ ਬਣਦਾ ਇਸ ਜਿਹੜੀ ਲਾਈ ਜਾ ਰਹੀ ਅੱਗ ਆ ਜਾਤ ਪਾਤ ਦੇ ਨਾਂ ਦੇ ਉੱਤੇ, ਪੰਜਾਬ ਦੇ ਸੁਹੱਪਣ ਨੂੰ ਖਰਾਬ ਕਰਨ ਦੀ ਅੱਗ ਆ, ਇੱਥੇ ਉਹਨਾਂ ਦਾ ਫਰਜ਼ ਕੀ ਬਣਦਾ? ਦੇਖੋ, ਇੱਥੇ ਤਾਂ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ,
ਕਿਉਂਕਿ ਉਹਨਾਂ ਦਾ ਇੱਕ ਦਬਾਅ ਹੈ। ਜਦੋਂ ਦਬਾਅ ਆਊਗਾ ਤੇ ਇਹੋ ਜਿਹੇ ਐਲੀਮੈਂਟਸ ਨੂੰ ਆਪਣੀ ਜਿਹੜੇ ਸਟੇਟਮੈਂਟ ਹੈ ਜਾਂ ਆਪਣਾ ਇੱਕ ਪੋਲੀਟੀਕਲ ਸਟੈਂਡ ਬਦਲਣਾ ਹੀ ਪੈਣਾ ਤੇ ਉਹ ਮਤਲਬ ਉਹ ਦਬਾਅ ਦੇ ਡਰ ਤੋਂ ਹੀ ਬਦਲ ਸਕਦੇ ਆ। ਅਦਰਵਾਈਜ਼ ਇਹਨਾਂ ਲੋਕਾਂ ਨੇ ਤਾਂ ਆਹੀ ਆਪਣੀ ਸਿਆਸੀ ਰੋਟੀਆਂ ਸਿੱਖਣੀਆਂ ਹੈ, ਤਾਂ ਇਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਆ। ਹੁਣ ਮੈਂ ਤੁਹਾਨੂੰ ਮਤਲਬ ਆਹ ਗੱਲ ਦੱਸਦਾ ਵੀ ਜਿਹੜੀ ਜਾਤ-ਪਾਤ ਦੀ ਗੱਲ ਕਰਦੇ ਆ, ਮੈਂ ਤਕਰੀਬਨ 20-22 ਸਾਲ ਤੋਂ ਆਪਣੇ ਘਰ ਤੋਂ ਬਾਹਰ ਹਾਂ, ਚੰਡੀਗੜ੍ਹ ਹਾਂ ਜਾਂ ਮੈਂ ਨੰਗਲ ਰਿਹਾ ਵੈ, ਮੈਨੂੰ ਤਾਂ ਕਦੀ ਕਿਸੇ ਨੇ ਜਾਤ ਦਾ ਕੋਈ ਮਸਲਾ ਹੀ ਨਹੀਂ ਹੋ ਪੁੱਛਿਆ। ਮੈਂ ਲਗਾਤਾਰ ਪੰਥਕ ਸਭਾ 'ਚ ਵਿਚਰਦਾ, ਮੈਨੂੰ ਤਾਂ ਕਿਸੇ ਨੇ ਕਦੀ ਪੁੱਛਿਆ ਨਹੀਂ ਵੀ ਕੀ ਜਾਤ ਹੈ। ਜੇ ਜਾਤ ਦਾ ਹੀ ਮਸਲਾ ਹੁੰਦਾ ਤਾਂ ਸਿਰਸਾ ਸਾਧ ਦੇ ਬਰਾੜ ਹੋਣ 'ਤੇ ਜਾਂ ਸਿੱਧੂ ਹੋਣ 'ਤੇ ਉਹ ਹੋ ਜਾਂਦਾ, ਉਹਨਾਂ ਮਤਲਬ ਐਡਾ ਸਿੱਖ ਪੰਥ ਦਾ ਵੱਡਾ ਦੁਸ਼ਮਣ ਨਹੀਂ ਉਹਨੂੰ ਉਹ ਕਰ ਦਿੰਦੇ ਜਾਂ ਜੇ ਜਾਤ ਦਾ ਮਸਲਾ ਹੁੰਦਾ। ਇੱਥੇ ਬੇਅੰਤ ਸਿੰਘ ਵੀ ਹੈ, ਠੀਕ ਹੈ ਨਾ, ਬੇਅੰਤ ਸਿੰਘ ਨੂੰ ਕਿੰਨਾ ਕੁ ਲੋਕ ਸੈਲੀਬ੍ਰੇਟ ਕਰਦੇ ਆ ਉਹਦੀ ਜਾਤ ਕਰਕੇ, ਠੀਕ ਹੈ ਨਾ। ਸੋ ਇਹ ਮਸਲੇ ਮਤਲਬ ਜਿਹੜਾ ਸਿੱਖਾਂ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ, ਮੈਨੂੰ ਲੱਗਦਾ ਵੀ ਇਹ ਇੱਥੇ ਇੱਕ ਹੋਰ ਚੀਜ਼ ਹੈ ਜੋ ਮੈਂ ਸਮਝਦਾ, ਲਗਾਤਾਰ ਨਾ ਸਿੱਖ ਥੋਟ 'ਤੇ ਹਮਲਾ ਹੋ ਰਿਹਾ। ਉਹਦੇ ਵਿੱਚੋਂ ਪਹਿਲਾਂ ਵਿਦਿਨ ਸਿੱਖ ਸਮਾਜ ਦੇ ਵਿੱਚ ਹੀ ਪੋਲੀਟੀਕਲ ਕਲੈਸ਼ ਜਿਹੜੇ ਆ ਜਾਤ ਬੇਸ 'ਤੇ ਖੜ੍ਹੇ ਕੀਤੇ ਜਾ ਰਹੇ ਆ। ਚਾਹੇ ਤੁਸੀਂ ਇਹ ਦੇਖ ਲੈਣਾ ਵੀ ਉੱਥੇ ਸਿਰਸਾ ਸਾਹਿਬ ਦੀ ਜੋ ਬਠਿੰਡਾ ਲਾਗੇ ਜਿਹੜੀ ਅਰਦਾਸ ਹੋਈ ਸੀਗੀ, ਉਹ ਪਹਿਲਾ ਮਤਲਬ ਸਿੱਖਾਂ 'ਤੇ ਹਮਲਾ ਸੀਗਾ। ਫਿਰ ਅਨੰਦਪੁਰ ਸਾਹਿਬ ਵਾਲੀ ਇਹ ਇੱਕਦਮ ਤੇਜ਼ ਹੋ ਗਈਆਂ ਅਤੇ ਇਹ ਇੱਕ ਇਸ ਤਰ੍ਹਾਂ ਦਾ ਵਰਤਾਰਾ ਹੈ ਕਿ ਸਿੱਖਾਂ ਨੂੰ ਇਹ ਜਤਾਇਆ ਜਾ ਰਿਹਾ ਵੀ ਤੁਸੀਂ ਇਹ ਨੋਰਮਲਾਈਜ਼ ਸਮਝੋ, ਵੀ ਤੁਸੀਂ ਰਿਐਕਸ਼ਨ ਨਾ ਦਿਓ। ਅਤੇ ਉਹ ਚੀਜ਼ ਨੂੰ ਨੋਰਮਲਾਈਜ਼ ਕਰਾਉਣ ਲਈ ਹੀ ਇਹ ਲਗਾਤਾਰ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਅਤੇ ਉਸ ਦੇ ਬਾਰੇ ਸੁਚੇਤਤਾ ਦੀ ਲੋੜ ਹੈ ਵੀ ਉੱਥੇ ਨੌਜਵਾਨਾਂ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ ਅਤੇ ਜਿਹੜੇ ਲੋਕ ਇਸ ਮਸਲੇ 'ਤੇ ਰੋਟੀਆਂ ਸੇਕ ਰਹੇ ਆ ਉਹਨਾਂ ਨੂੰ 'ਤੇ ਵੀ ਸਿੱਧਾ ਸਵਾਲ ਚੱਕਣਾ ਚਾਹੀਦਾ ਵੀ ਭਾਈ ਤੁਹਾਡੀ ਮਨਸ਼ਾ ਕੀ ਹੈ। ਹੁਣ ਜਿਵੇਂ ਕਿ ਦੇਖਿਆ ਵੀ ਆਇਆ ਵੀ ਇੱਕ ਜਗ੍ਹਾ ਕਿਸੇ ਨੇ ਏਕ ਓਂਕਾਰ ਬਣਾ ਤਾ, ਉਹਦੇ ਵਿੱਚ ਪਿਆਲੇ ਦੇ ਬਾਹਰ ਏਕ ਓਂਕਾਰ ਲਿਖਤਾ ਅਤੇ ਪਿਆਲੇ 'ਚ ਖੂਨ ਉਹ ਕਰਕੇ ਉੱਪਰ ਦਲਿਤ ਲਿਖਤਾ। ਕਿੱਡੀ ਮੂਰਖਤਾ ਭਰੀ ਗੱਲ ਹੈ। ਜਿਹੜੇ ਲੋਕ ਇਹ ਗੱਲ ਕਰਦੇ ਹੈ ਉਹ ਸਗੋਂ ਅਸਲ ਜ਼ਿੰਦਗੀ 'ਚ ਖੁਦ ਜ਼ਿਆਦਾ ਕਮਿਊਨਲ ਹੈ। ਮੈਨੂੰ ਤਕਰੀਬਨ 16 ਤੋਂ 18 ਜਾਤਾਂ ਦੇ ਵਿੱਚ ਮੇਰਾ ਚੰਗਾ ਸਮਾਜਿਕ ਰਾਬਤਾ ਹੈ ਅਤੇ ਉਹਦੇ ਵਿੱਚ ਮੈਨੂੰ ਕਦੀ ਕਿਸੇ ਨੇ ਇਸ ਤਰ੍ਹਾਂ ਨਹੀਂ ਕਿ ਮਿੱਤਰ ਦੀ ਤਰ੍ਹਾਂ ਹੋਇਆ, ਮੈਨੂੰ ਉਹਨਾਂ ਨੇ ਪੁੱਤਰ ਵਾਲਾ ਉਹ ਰੱਖਿਆ ਹੋਇਆ ਮੇਰਾ, ਮਤਲਬ ਇਸ ਤਰ੍ਹਾਂ ਦਾ ਉਹਨਾਂ ਨਾਲ ਰਾਬਤਾ ਹੈ। ਸਾਡੇ ਤਾਂ ਮਤਲਬ ਮੈਨੂੰ ਨਹੀਂ ਲੱਗਦਾ ਵੀ ਸਮਾਜ ਦੇ ਵਿੱਚ ਰਾਬਤੇ ਦੇ ਵਿੱਚ ਕੋਈ ਐਡੀ ਜਾਤ ਪਾਤ ਦੀ ਕੋਈ ਉਹ ਹੈ। ਸੋ ਨੌਜਵਾਨੀ ਲਈ ਇਹ ਵੱਡੀ ਅਪੀਲ ਵੀ ਹੈ ਅਤੇ ਉਹਨਾਂ ਦੀ ਇੱਥੇ ਲੋੜ ਵੀ ਹੈ ਕਿ ਉਹ ਐਕਟਿਵ ਹੋ ਕੇ ਇਸ ਚੀਜ਼ ਦਾ ਵਿਰੋਧ ਕਰਨ ਅਤੇ ਲਗਾਤਾਰ ਪ੍ਰੈਸ਼ਰ ਬਣਾਉਣ। ਅਤੇ ਮੈਨੂੰ ਤਾਂ ਲੱਗਦਾ ਵੀ ਜੇ ਜਸਵੀਰ ਸਿੰਘ ਗੜ੍ਹੀ ਆਪਣਾ ਬਿਆਨ ਨਹੀਂ ਵਾਪਸ ਲੈਂਦੇ ਜਾਂ ਇਸ ਚੀਜ਼ 'ਤੇ ਮਾफ़ੀ ਨਹੀਂ ਮੰਗਦੇ ਤਾਂ ਉਹਨਾਂ ਦਾ ਜਿਹੜਾ ਵਿਧਾਨ ਸਭਾ ਹਲਕਾ ਫਗਵਾੜਾ ਹੈ ਉੱਥੇ ਉਹਨਾਂ ਦਾ ਲਗਾਤਾਰ ਵਿਰੋਧ ਕਰਨਾ ਚਾਹੀਦਾ। ਇੰਨਾ ਕੁ ਵਿਰੋਧ ਕਰਨ ਵੀ ਉਹ ਜ਼ਮਾਨਤ ਉਹਨਾਂ ਦੀ ਜ਼ਬਤ ਕਰਾਉਣੀ ਪਊਗੀ ਤਾਂ ਕਿ ਬਾਕੀਆਂ ਦੇ ਵੀ ਕੰਨ ਹੋਣ। ਦੂਸਰਾ ਇਹ ਹੈ ਵੀ ਜਦੋਂ ਬਠਿੰਡੇ ਤੋਂ ਦੇਖ ਲਿਆ ਜਾਂ ਮੈਂ ਹੋਰ ਦੇਖਿਆ ਵੀ ਜਿਹੜੇ ਸਰਕਲਾਂ 'ਚ ਉਹ ਲੋਕ ਘੁੰਮਦੇ ਆ, ਜਿਹੜੇ ਲੋਕਾਂ ਨੇ ਬਠਿੰਡੇ ਕਾਰਾ ਕੀਤਾ ਉਹ ਵੀ ਮੈਨੂੰ ਪਤਾ ਕੌਣ ਹੈ, ਉਹਨਾਂ ਬਾਰੇ ਜੋ ਉਹ ਥੋਟ ਉਹਨਾਂ ਦਾ ਚੱਲਦਾ ਸਾਰਾ ਸਰਕਾਰਾਂ ਨੂੰ ਵੀ ਪਤਾ, ਕਾਰਵਾਈ ਕੀ ਹੋਈ ਹੈ। ਹੁਣ ਮਸਲਾ ਤਾਂ ਇਹੀ ਹੈ ਵੀ ਜਿੱਥੇ ਕੀ ਹੁੰਦਾ ਹੈ ਵੀ ਸਿੱਖਾਂ 'ਚ ਇੱਕ ਬੇਭਰੋਸਗੀ ਹੋ ਗਈ ਹੈ ਅਤੇ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਜਿਹੜੇ ਉਹ ਵਾਇਲੈਂਸ ਨਿਕਲ ਰਹੀ ਹੈ, ਹਾਲਾਂਕਿ ਵਾਇਲੈਂਸ ਬਹੁਤ ਮੰਦਭਾਗੀ ਹੈ, ਇਸ ਤਰ੍ਹਾਂ ਦੀ ਗੱਲਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ, ਠੀਕ ਹੈ, ਕਿਉਂਕਿ ਮੈਂ ਬਲੈਸਫੇਮੀ 'ਤੇ ਜਿਹੜਾ ਹੈ ਮਸਲੇ 'ਤੇ ਮੈਨੂੰ ਲੱਗਦਾ ਹੈ ਵੀ ਕਦੀ ਵੀ ਇੱਥੇ ਸਜ਼ਾਏ ਮੌਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਦੇ 'ਤੇ ਮਾਈਨੋਰਟੀ ਹੀ ਟਾਰਗੇਟ ਹੋਣਗੇ ਇਨ ਫਿਊਚਰ, ਕਦੀ ਵੀ ਹੋਣਗੇ। ਤਾਂ ਇਸ ਦੀ ਜਗ੍ਹਾ ਇਹ ਹੈ ਵੀ ਉਹਨਾਂ ਨੂੰ ਤਾਂ ਆਸ ਬੰਧਣੀ ਚਾਹੀਦੀ ਸੀ। ਪਰ ਜੇ ਆਪਾਂ ਇਸ ਲੈਵਲ 'ਤੇ ਪ੍ਰੈਕਟੀਕਲੀ ਦੇਖੀਏ ਵੀ ਗਰਾਊਂਡ ਲੈਵਲ 'ਤੇ ਕੀ ਕੰਮ ਹੋਇਆ, ਸਿੱਖਾਂ ਨੂੰ ਤਾਂ 84 ਤੋਂ ਲੈ ਕੇ ਅੱਜ ਤੱਕ ਕੋਈ ਇਨਸਾਫ ਹੀ ਨਹੀਂ ਮਿਲਿਆ, ਠੀਕ ਹੈ। ਜਿੱਥੇ ਇਨਸਾਫ ਨਹੀਂ ਮਿਲਿਆ ਉੱਥੇ ਉਹ ਬੇਭਰੋਸਗੀ ਦੀ ਗੱਲ ਆ ਜਾਂਦੀ ਹੈ। ਜਿੱਥੇ ਉਹਨਾਂ ਨੂੰ ਤੁਹਾਡੇ ਜਿਹੜੇ ਇੰਸਟੀਟਿਊਸ਼ਨ ਹੈ ਜਸਟਿਸ ਦੇ ਜਿਹੜੇ ਇੰਸਟੀਟਿਊਸ਼ਨ ਹੈ ਉਹਨਾਂ 'ਤੇ ਯਕੀਨ ਹੀ ਨਹੀਂ ਰਿਹਾ, ਉੱਥੇ ਤਾਂ ਫਿਰ ਇਹੀ ਵਾਇਲੈਂਸ ਹੀ ਆਊਗਾ। ਸੋ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਹੈ, ਸਟੇਟ ਦੀ ਹੈ, ਨਾ ਕਿ ਜਿਹੜੇ ਲੋਕ ਪੀੜਤ ਹੈ ਉਹਨਾਂ ਨੂੰ ਇਹ ਮਤਲਬ ਜ਼ੁਲਮੀ ਕਰਾਰ ਦੇ ਕੇ ਨਾ ਉਹਨਾਂ ਨੂੰ ਇਹ ਜ਼ਾਲਮ ਮਤਲਬ ਕਰਾਰ ਦੇ ਕੇ ਉਹਨਾਂ ਦੇ ਖਿਲਾਫ ਹੀ ਇੱਕ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ। ਤਾਂ ਜਿੱਦਾਂ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ ਰਿਵਾਜ ਸੀਗਾ ਫਾਸਟ ਟਰੈਕ ਅਦਾਲਤਾਂ ਬਿਠਾਈਆਂ ਗਈਆਂ, ਜਿਹੜੇ ਕੇਸ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਸੀ ਜਾਂ ਕੋਈ ਸੈਂਸਿਟਿਵ ਕੇਸ ਸੀ ਜਿਨ੍ਹਾਂ ਨੂੰ ਲੋੜ ਸੀ ਵੀ ਜਲਦੀ ਨਿਪਟਾਉਣ ਦੀ, ਤਾਂ ਭਾਰਤੀ ਅਦਾਲਤਾਂ ਨੇ ਹੁਕਮ ਦਿੱਤਾ। ਪੰਜਾਬ ਦੇ ਵਿੱਚ ਮੈਂ ਖੁਦ ਦੇਖਿਆ ਪਿਛਲੇ 4-5 ਸਾਲ ਪਹਿਲਾਂ ਫਾਸਟ ਟਰੈਕ ਅਦਾਲਤਾਂ ਹੋਈਆਂ, ਜਲਦੀ ਮਾਮਲੇ। ਤਾਂ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਅਸਲ 'ਚ ਫਾਸਟ ਟਰੈਕ ਅਦਾਲਤਾਂ ਹੋਣੀਆਂ ਚਾਹੀਦੀਆਂ। ਜਿਹੜੇ 6-6 ਸਾਲਾਂ ਤੋਂ ਮਾਮਲੇ ਲਟਕਦੇ ਆ ਰਹੇ ਆ ਉਹ ਕਮਿਸ਼ਨ ਬਣਦਾ, ਉਹ ਜਾਂਚ ਬਣਦੀ ਹੈ, ਸਾਰਾ ਸਪਸ਼ਟ ਹੋ ਜਾਂਦਾ, ਕਬੂਲਨਾਮੇ ਹੋ ਜਾਂਦੇ ਆ, ਜਿਹੜੀਆਂ ਕਿ ਉਹ ਬਰਾਮਦਗੀਆਂ ਹੋ ਜਾਂਦੀਆਂ ਨੇ,
ਉਸ ਤੋਂ ਬਾਅਦ ਕਹਿੰਦੇ ਨਹੀਂ ਇਹ ਕਮਿਸ਼ਨ ਨਹੀਂ, ਹੋਰ ਲੈ ਕੇ ਆਓ, ਹੋਰ ਬਣਦਾ ਹੈ, ਉਹ ਕਬੂਲਗੀ ਹੋ ਜਾਂਦੀ ਆ, ਬਰਾਮਦਗੀ ਹੁੰਦੀ ਆ, ਬੰਦਾ ਉੱਥੇ ਸੀਨ ਰੀਕ੍ਰੀਏਟ ਹੁੰਦੇ ਆ ਵੀ ਹਾਂ ਕਿੱਦਾਂ ਬੇਅਦਬੀ ਕੀਤੀ, ਕਿੱਥੇ ਗੁਰੂ ਸਾਹਿਬ ਦਾ ਸਰੂਪ ਸੁੱਟਿਆ, ਕਿੱਦਾਂ ਉਹਨੇ ਅੰਗ ਪਾੜੇ, ਨਹੀਂ ਇਹ ਵੀ ਨਹੀਂ, ਕਮਿਸ਼ਨ ਨਵਾਂ ਲੈ ਕੇ ਆਓ। ਤਾਂ ਇਸ ਤਰ੍ਹਾਂ ਹੋਊਗਾ ਤਾਂ ਸੱਚਮੁੱਚ ਜਿੱਦਾਂ ਗੰਗਵੀਰ ਜੀ ਨੇ ਕਿਹਾ ਵੀ ਬੇਭਰੋਸਗੀ ਹੋ ਜੂਗੀ। ਜਦੋਂ ਭਰੋਸਾ ਟੁੱਟ ਜੂਗਾ ਫਿਰ ਜਿਹੜਾ ਹੈਗਾ ਬੰਦੇ ਦਾ ਮਾਨਸਿਕ ਸੰਤੁਲਨ ਔਰ ਜਿਹੜੇ ਫਿਰ ਨਤੀਜੇ ਆ ਉਹ ਚੰਗੇ ਨਹੀਂ ਹੋਣਗੇ। ਤਾਂ ਅਸੀਂ ਵੀ ਆਸ ਕਰਦੇ ਹਾਂ ਪੰਜਾਬ ਦਾ ਸੁਹੱਪਣ ਆ ਜਿਹੜਾ ਉਹ ਇਸੇ 'ਚ ਹੈ। ਜਾਤ ਪਾਤ ਦਾ ਕੋਈ ਮਸਲਾ ਨਹੀਂ ਹੈਗਾ, ਹਰ ਇੱਕ ਨੂੰ ਹਰ ਇੱਕ ਦੇ ਅਧਿਕਾਰ ਪੂਰੇ ਮਿਲਣੇ ਚਾਹੀਦੇ, ਹਰ ਧਰਮ ਦਾ ਸਤਿਕਾਰ। ਪੰਜਾਬ ਦਾ ਤਾਂ ਸੁਹੱਪਣ ਹੀ ਇਹੋ ਹੈ। ਤਾਂ ਇਹੋ ਸਾਡੀ ਜਿਹੜੀ ਕਿ ਆਸ ਵੀ ਹੈ, ਪ੍ਰਮਾਤਮਾ ਅੱਗੇ ਅਰਦਾਸ ਹੈ। ਪੰਜਾਬ ਦਾ ਮਾਹੌਲ, ਇਸ ਮੁਲਕ ਦਾ ਮਾਹੌਲ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਉਹ ਭਿਆਨਕ ਹੁੰਦਾ ਜਾ ਰਿਹਾ, ਕੁਝ ਲੀਡਰਾਂ ਦੀਆਂ ਵਜ੍ਹਾ ਕਰਕੇ, ਕੁਝ ਏਜੰਸੀਆਂ ਦੀਆਂ ਚਾਲਾਂ ਕਰਕੇ, ਕੁਝ ਗਲਤ ਸਟੇਟਮੈਂਟਾਂ ਕਰਕੇ ਉਹ ਨਾ ਹੋਵੇ। ਔਰ ਕੋਈ ਵੀ ਨਹੀਂ ਚਾਹੁੰਦਾ ਉਹਦਾ ਪੁੱਤ ਧੀ ਜਿਹੜਾ ਘਰੋਂ ਕਮਾਈ ਕਰਨ ਜਾਵੇ, ਘਰੋਂ ਕੰਮ ਕਰ ਜਾਵੇ ਔਰ ਉੱਥੇ ਝਗੜ ਕੇ ਉਹਦੀ ਲਾਸ਼ ਆਵੇ ਜਾਂ ਕਿਸੇ ਨੂੰ ਮਾਰ ਕੇ ਆਵੇ। ਔਰ ਇਹ ਅਸੀਂ ਜੀ ਹੋਰ ਐਡ ਕਰਾਂਗਾ, ਮਤਲਬ ਮਾਇਆਵਤੀ ਜੀ ਨੇ ਦਿੱਲੀ ਦੀ ਘਟਨਾ ਨੂੰ ਲਖੀਮਪੁਰ ਦੀ ਘਟਨਾ ਨਾਲ ਮਤਲਬ ਜੋੜਿਆ। ਉਹ ਖੁਦ ਨਹੀਂ ਗਏ ਉੱਥੇ ਅੱਜ ਤੱਕ, ਠੀਕ ਹੈ ਨਾ। ਹੁਣ ਯੂਪੀ ਦੀ ਪੋਲੀਟਿਕਸ ਸਮਝੋ। ਯੂਪੀ ਦੇ ਵਿੱਚ ਜਦੋਂ ਬਹੁਜਨ ਰਾਜਨੀਤੀ ਦੀ ਗੱਲ ਹੁੰਦੀ ਸੀ, ਉੱਥੇ ਜਿੱਥੇ ਸਮਾਜ ਦੇ ਚਿੰਤਕ ਤੇ ਸੁਧਾਰਕਾਂ ਦੀ ਫੋਟੋਆਂ ਹੁੰਦੀਆਂ ਸੀ, ਉਹਦੇ ਵਿੱਚ ਪੀਰੀਅਰ ਦੀ ਫੋਟੋ ਖਾਸ ਤੌਰ 'ਤੇ ਹੁੰਦੀ ਸੀ। BSP ਦੇ ਕਿਤੇ ਵੀ ਫੋਟੋ ਹੁੰਦੀ ਸੀ। ਮਾਇਆਵਤੀ ਜੀ ਨੇ ਜਦੋਂ ਹੁਣ ਸਮਝੌਤਾ ਕੀਤਾ ਦੁਆਰਾ ਬ੍ਰਾਹਮਣ ਵੋਟ ਜੋੜਨ ਨੂੰ, ਭੂਮਿਹਾਰ ਵੋਟ ਜੋੜਨ ਨੂੰ, ਉਹਨਾਂ ਨੇ ਚੱਕ ਕੇ ਪਹਿਲਾਂ ਪੀਰੀਅਰ ਦੀ ਫੋਟੋ ਉੱਥੋਂ ਵੱਖ ਕੀਤੀ। ਦੂਸਰੀ ਗੱਲ ਇਹ ਆ ਵੀ ਜੇ ਉਹ ਲਖੀਮਪੁਰ ਜਾਂਦੇ, ਲਖੀਮਪੁਰ ਸਾਰਾ ਏਰੀਆ ਜਿਹੜਾ ਸੀ ਭੂਮਿਹਾਰ ਦਾ ਸੀਗਾ, ਭੂਮਿਹਾਰ ਬ੍ਰਾਹਮਣਾਂ ਦਾ ਸੀਗਾ, ਅਤੇ ਜੇ ਉਹ ਸਿੱਖਾਂ ਦੇ ਹੱਕ 'ਚ ਖੜ੍ਹਦੇ ਤਾਂ ਉਹਨਾਂ ਦੀ ਵੋਟ ਟੁੱਟਣੀ ਸੀ। ਸੋ ਇਸ ਕਰਕੇ ਉਹਨਾਂ ਨੇ ਉੱਥੇ ਦਾ ਕੋਈ ਸਟੈਂਡ ਨਹੀਂ ਲਿਆ ਜਿੱਥੇ ਉਹਨਾਂ ਦਾ 100 ਕਿਲੋਮੀਟਰ 'ਤੇ ਲਖੀਮਪੁਰ ਸੀਗਾ। ਉਹਨਾਂ ਨੇ ਚੇਤਾ ਆ ਗਿਆ ਇੱਕ ਵੀ ਆ ਦਿੱਲੀ 'ਚ ਇੱਦਾਂ ਹੋਇਆ ਅਤੇ ਉਹ ਪੰਜਾਬ ਦਾ ਮਾਹੌਲ ਉਹਨਾਂ ਨੇ ਟਾਰਗੇਟ ਕਰਤਾ। ਸੋ ਇਹ ਉਹਨਾਂ ਦਾ ਦੋਗਲਾਪਣ ਵੀ ਹੈ, ਸਿਆਸੀ ਖੋਖਲਾਪਣ ਵੀ ਹੈ। ਇਹੀ ਜਿਹਾ ਸਟੈਂਡ ਉਹਨਾਂ ਦਾ ਧਾਰਾ 370 'ਤੇ ਸੀਗਾ, ਫੈਡਰਲਿਜ਼ਮ ਦੇ ਮਸਲੇ 'ਤੇ ਹੈਗਾ, ਠੀਕ ਹੈ ਨਾ। ਸੋ ਮਤਲਬ ਕਿ ਇਹੋ ਜਿਹੀਆਂ ਗਲਤੀਆਂ ਕਰ ਰਹੇ ਆ। ਮੈਨੂੰ ਨਹੀਂ ਲੱਗਦਾ ਵੀ ਉਹ ਬਹੁਜਨ ਸਮਾਜ ਦਾ ਕੋਈ ਇਹੋ ਜਿਹਾ ਸੁਧਾਰ ਕਰ ਪਾਉਣਗੇ ਜਾਂ ਕੋਈ ਇਹੋ ਜਿਹਾ ਸਰਵ ਸਮਾਜ ਸਿਰਜ ਪਾਉਣਗੇ। ਉੱਥੇ ਤਾਂ ਬਸ ਉਹ ਇੱਕ ਜੁਗਾੜਪੰਤੀ ਦੀ ਪੋਲੀਟਿਕਸ ਕਰ ਰਹੇ ਆ, ਜਿਹਨੂੰ ਉਹ ਸੋਸ਼ਲ ਇੰਜੀਨੀਅਰਿੰਗ ਦਾ ਨਾਮ ਦੇ ਰਹੇ ਆ। ਉਹਦੇ ਵਿੱਚ ਜੇ ਸਿੱਖ ਮਾਈਨੋਰਿਟੀ ਹੈ ਤਾਂ ਉਹਦਾ ਕੁੱਟਣ ਨੂੰ ਇਹ ਜਸਟੀਫਾਈ ਕਰਦੇ। ਬਿਲਕੁਲ ਇਹ ਕਾਂਗਰਸ ਜਾਂ BJP ਦੇ ਵਰਤਾਰੇ ਵਰਗਾ ਹੀ ਹੈ। ਮੈਨੂੰ ਹਮੇਸ਼ਾ ਲੱਗਦਾ ਹੁੰਦਾ ਵੀ ਜਿਹੜੀਆਂ ਸੈਂਟਰਲਾਈਜ਼ ਸੋਚ ਦੀਆਂ ਪਾਰਟੀਆਂ ਹੈ ਉਹ ਇਸ ਪੂਰੇ ਖਿੱਤੇ ਲਈ ਨੁਕਸਾਨਦੇਹ ਹੈ, ਅਤੇ ਉਹ ਇੱਥੇ ਫੈਡਰਲਿਜ਼ਮ ਦੇ ਜਿਹੜੀ ਇੱਕ ਟਰੂ ਫੈਡਰਲਿਜ਼ਮ ਦੀ ਅਪਰੋਚ ਹੈ ਉਹਦੇ 'ਤੇ ਹਮਲਾ ਕਰਦੀਆਂ ਜਾਂਦੀਆਂ। ਸੋ ਆ ਜੋ ਮਾਇਆਵਤੀ ਜੀ ਦਾ ਵਰਤਾਰਾ ਵੀ ਆਇਆ ਨਾ, ਜੋ ਜਸਵੀਰ ਗੜੀ ਦੀ ਬਿਆਨ ਆਇਆ, ਉਹ ਸਾਰਾ ਕੁਛ ਇਹਦੇ ਨਾਲ ਹੀ ਮਿਲਦਾ ਜੁਲਦਾ ਵੀ ਇਹ ਲੋਕ ਜਿਹੜਾ ਨਾ ਇੱਥੇ ਕਦੀ ਵੀ ਫੈਡਰਲ ਢਾਂਚੇ ਦੀ ਗੱਲ ਨਹੀਂ ਕਰ ਸਕਦੇ ਅਤੇ ਕੌਮੀਅਤਾਂ ਦੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ ਅਤੇ ਕੌਮੀਅਤਾਂ ਨੂੰ ਇਨਸਾਫ ਦੀ ਗੱਲ ਨਹੀਂ ਕਰ ਸਕਦੇ। ਸੋਸ਼ਲ ਜਸਟਿਸ ਤੋਂ ਬਿਨਾਂ ਜਿਹੜਾ ਹੈ ਬਹੁਜਨ ਸਮਾਜ ਦੀ ਸਿਰਜਣਾ ਨਹੀਂ ਹੋ ਸਕਦੀ, ਅਤੇ ਉਹ ਜਿਹੜਾ ਸਰਵ ਸਮਾਜ ਕਦੀ ਨਹੀਂ ਸਿਰਜਿਆ ਜਾ ਸਕਦਾ ਜਿਹਦੇ ਵਿੱਚ ਮਾਈਨੋਰਟੀ ਹੈ, ਜਿਹਦੇ 'ਚ ਮੰਨ ਲਓ ਕਿ ਸੋਚ ਇੱਕ ਬੰਦਾ ਹੈ। ਸਮਾਜ ਤਾਂ ਆਪਾਂ ਕਹਿ ਲਈਏ ਬਹੁਜਨ ਦਾ ਮਤਲਬ ਇਹ ਨਹੀਂ ਹੈ ਵੀ ਸੋਚ 90 ਹੈ ਤਾਂ ਉਹ ਬਹੁਜਨ ਹੋ ਗਿਆ ਅਤੇ ਟਰੂ ਡੈਮੋਕ੍ਰੇਸੀ ਹੋ ਗਈ, ਉਹ ਹੋ ਗਿਆ ਮੈਜੋਰੀਟੇਰੀਅਨਿਜ਼ਮ। ਜਿਹੜਾ ਡੈਮੋਕ੍ਰੇਸੀ ਹੈ, ਟਰੂ ਡੈਮੋਕ੍ਰੇਸੀ, ਉਹ ਇੱਥੇ ਹੈ ਵੀ ਜੇ ਸੋਚ 90 ਹੈ ਅਤੇ 10 ਬੰਦੇ ਮਾਈਨੋਰਟੀ ਹੈ ਤਾਂ ਉਹਨਾਂ ਦੀ ਗੱਲ ਅਤੇ ਉਹਨਾਂ ਦੇ ਹੱਕ ਦਾ ਵਜਨ ਵੀ ਉੱਥੇ ਹੀ ਆਵੇ। ਜਿਹਦੇ ਬੇਸ 'ਤੇ ਕਮਿਊਨਲ ਅਵਾਰਡ ਅੰਗਰੇਜ਼ ਨੇ ਦਿੱਤਾ ਸੀਗਾ, ਠੀਕ ਹੈ ਨਾ, ਉਹਨੂੰ ਤਾਂ ਹੁਣ ਇੱਥੇ ਨੈਗੇਟਿਵ ਅਪਰੋਚ 'ਤੇ ਦਿਖਾਉਣਾ ਸ਼ੁਰੂ ਹੋ ਗਿਆ। ਜਦ ਤੱਕ ਉਹ ਚੀਜ਼ ਲਾਗੂ ਨਹੀਂ ਹੁੰਦੀ ਤਾਂ ਟਰੂ ਡੈਮੋਕ੍ਰੇਸੀ ਨਹੀਂ ਆ ਸਕਦੀ। ਸੋ ਸਾਡੇ ਨੌਜਵਾਨਾਂ ਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ, ਕਿਉਂਕਿ ਮੈਂ ਦੇਖਿਆ ਵੀ ਸਾਡੇ ਇੱਥੇ ਕਈ ਮਤਲਬ ਇੱਕ ਖਾਸ ਵਿਚਾਰਧਾਰਾ ਜਿਹੜੀ ਹੈਗੀ ਹੈ, ਜਿਨ੍ਹਾਂ ਨੂੰ ਹਮੇਸ਼ਾ ਜੋ ਪੰਜਾਬ 'ਚ ਰੋਣਾ ਰੋਂਦੇ ਆ ਕਸ਼ਮੀਰ ਦਾ ਅਤੇ ਛੱਤੀਸਗੜ੍ਹ ਦਾ, ਆਦੀਵਾਸੀਆਂ ਦਾ, ਝਾਰਖੰਡ ਦਾ, ਪਰ ਜਦੋਂ ਪੰਜਾਬ ਦੇ ਮਸਲੇ 'ਤੇ ਆ ਜਾਂਦੇ ਆ ਉਹ ਬਿਲਕੁਲ ਰਾਸ਼ਟਰਵਾਦੀ ਧਿਰਾਂ ਦੇ ਨਾਲ ਜੁੜ ਜਾਂਦੇ ਅਤੇ ਉਸ ਤਰ੍ਹਾਂ ਦਾ ਮਾਹੌਲ ਉਹ ਬਣਾ ਦਿੰਦੇ ਆ। ਛੱਤੀਸਗੜ੍ਹ ਦੇ ਵਿੱਚ ਜਦੋਂ CRPF ਦੇ ਜਵਾਨ ਮਾਰੇ ਗਏ ਸੀ, ਠੀਕ ਆ, ਉੱਥੇ ਮੈਨੂੰ ਲੱਗਦਾ ਸਿਵਲ ਵਾਰ ਚੱਲ ਰਹੀ ਆ, ਉੱਥੇ ਲੜਾਈ ਚੱਲਦੀ ਹੈ ਤਾਂ ਘਟਨਾ, ਜਦੋਂ ਉਹਨਾਂ ਦੀਆਂ ਲਾਸ਼ਾਂ ਦੇ ਥੱਲੇ ਮਾਈਨਸ ਲਗਾਏ ਗਏ ਸੀਗੇ, ਠੀਕ ਹੈ ਨਾ, ਇੱਕ ਟਰੈਪ ਬਣਾਇਆ ਗਿਆ ਸੀ, ਉਹ ਕਿੱਡੀ ਕਾਨੂੰਨੀ ਘਟਨਾ ਸੀ। ਜਿਹੜੇ ਕ੍ਰਾਂਤੀਆਂ ਵੇਚਦੇ ਫਿਰਦੇ ਆ ਜਾਂ ਕ੍ਰਾਂਤੀਆਂ ਦੇ ਦਮ 'ਤੇ ਆਪਣਾ ਬਿਜ਼ਨਸ ਚਲਾਉਂਦੇ ਆ, ਉਹਨਾਂ ਦੇ ਮੂੰਹੋਂ ਇਸ ਤਰ੍ਹਾਂ ਦਾ ਕੋਈ ਇਸ ਮਸਲੇ 'ਤੇ ਕੋਈ ਨਿੰਦਾ ਦਾ ਉਹ ਨਹੀਂ ਆਇਆ, ਬਿਆਨ ਨਹੀਂ ਆਇਆ। ਉਦੋਂ ਉਹਨਾਂ ਦਾ ਮਾਨਵਤਾਵਾਦ ਨਹੀਂ ਜਾਗਿਆ। ਉਹ ਪੰਜਾਬ ਦੇ ਵਿੱਚ ਹੀ ਮਤਲਬ ਇਹੋ ਜਿਹਾ ਮਾਹੌਲ ਸਿਰਜਦੇ ਆ ਅਤੇ ਜਿਹੜੀਆਂ ਮਤਲਬ ਇੱਕ ਜਾਇਜ਼ ਰੋਸ਼ ਵੀ ਹੈ ਨਾ,
ਉਸ ਚੀਜ਼ ਤੇ ਉਹ ਗੱਲ ਕਰਦੇ ਆ ਜੀ, ਮਾਨਵਤਾਵਾਦੀ ਨਜ਼ਰੀਏ ਤੋਂ ਉਹ ਕਰੋ ਵੀ ਜੇ ਪੰਜਾਬ ਦੇ ਪਾਣੀ ਲੁੱਟੇ ਜਾਂਦੇ ਆ ਤਾਂ ਉੱਥੇ ਵੀ ਕਹਿ ਦਿੰਦੇ ਆ ਪੰਜਾਬੀਆਂ ਨੂੰ ਵੀ ਉਹਨਾਂ ਦਾ ਰਿਸੋਰਸ ਦੀ ਗੱਲ ਨਹੀਂ ਕਰਦੇ ਵੀ ਜਿਹੜਾ ਰਿਸੋਰਸ ਗੈਰ ਕਾਨੂੰਨੀ ਤੇ ਗੈਰ ਕੁਦਰਤੀ ਢੰਗ ਨਾਲ ਲੁੱਟਿਆ ਜਾ ਰਿਹਾ, ਉੱਥੇ ਵੀ ਮਾਨਵਤਾਵਾਦ ਲਿਆ ਕੇ ਫਸਾ ਦਿੰਦੇ ਆ। ਸੋ ਇਹ ਚੀਜ਼ ਸਾਡੇ ਬਾਕੀ ਨੌਜਵਾਨਾਂ ਨੂੰ ਸਮਝਣੀ ਚਾਹੀਦੀ ਹੈ ਤੇ ਇਹੋ ਜਿਹੇ ਭੰਡੀ ਪ੍ਰਚਾਰ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਸੋ ਡਟ ਕੇ ਸਟੈਂਡ ਲੈਣਾ ਚਾਹੀਦਾ। ਨੌਜਵਾਨੀ ਹੀ ਪੰਜਾਬ ਦਾ ਕੱਲ੍ਹ ਨੂੰ ਕਾਇਆ ਕਲਪ ਸਕਦੀ ਹੈ ਤੇ ਜਿਹੜੀਆਂ ਇੱਥੇ ਟੱਬਰਸ਼ਾਹੀਆਂ ਬੈਠ ਗਈਆਂ, ਪ੍ਰਾਈਵੇਟ ਲਿਮਟਿਡ ਕੰਪਨੀਆਂ ਬੈਠ ਗਈਆਂ, ਉਹਨਾਂ ਨੂੰ ਉਦੋਂ ਤੱਕ ਨਹੀਂ ਆਪਾਂ ਚੈਲੰਜ ਕਰ ਸਕਦੇ ਜਦ ਤੱਕ ਸਾਡੀ ਨੌਜਵਾਨੀ ਇਕੱਠੀ ਨਹੀਂ ਹੁੰਦੀ। ਸੋ ਮੈਂ ਇਹੀ ਕਹਿਣਾ ਚਾਹਾਂਗਾ। ਤਾਂ ਤੁਹਾਡੇ ਮਸਲੇ ਕੀ ਹੋਣ? ਤੁਹਾਡੇ ਮਸਲੇ ਇਹ ਨਾ ਹੋਣ ਵੀ ਕੋਈ ਬੇਅਦਬੀ ਕਰਨ ਵਾਲਾ ਕਿਸੇ ਖਾਸ ਜਾਤ ਪਾਤ ਨਾਲ ਜਾਂ ਉਹਨੂੰ ਮਾਰਨ ਵਾਲਾ ਕਿਸੇ ਖਾਸ ਜਾਤ ਪਾਤ ਨਾਲ। ਤੁਹਾਡੇ ਮਸਲੇ ਕੀ ਹੋਣੇ ਚਾਹੀਦੇ ਆ? ਗੰਗਵੀਰ ਨੇ, ਸਾਨੂੰ ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ। ਤੇ ਜੇ ਤਾਂ ਚੋਣ ਪ੍ਰਚਾਰ ਸਮੇਂ ਤੁਹਾਡੇ ਚੋਣ ਮੈਨੀਫੈਸਟੋ ਦੇ ਵਿੱਚ 300 ਯੂਨਿਟ ਬਿਜਲੀ ਫਰੀ, ਇੰਨੇ ਕਿਲੋ ਆਟਾ ਫਰੀ, ਇੰਨੇ ਕਿਲੋ ਦਾਲ ਫਰੀ, ਚੱਪਲਾਂ ਫਰੀ, ਤੁਹਾਨੂੰ ਕੱਪੜੇ ਫਰੀ, ਤੁਹਾਨੂੰ ਚੁੰਨੀਆਂ ਫਰੀ, ਜੇ ਤਾਂ ਇਹ ਲੈਣੇ ਆ ਤਾਂ ਇਹੀ ਕੁਝ ਚੱਲੂਗਾ। ਜੇ ਤੁਸੀਂ ਸੱਚਮੁੱਚ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰਨੀ ਹੈ, ਜਿੰਦਾ ਤੁਸੀਂ ਪੈਦਾ ਕੀਤਾ ਖਾ ਰਹੇ, ਜਿਸ ਧਰਤੀ ਤੇ ਅਸੀਂ ਖਲੋਤੇ ਹਾਂ, ਜਿਸ ਘਾਹ ਤੇ ਅਸੀਂ ਖਲੋਤੇ ਹਾਂ, ਇੱਥੇ ਵੀ ਸਾਡੇ ਵੱਡ ਵਡੇਰਿਆਂ ਦਾ ਖੂਨ ਡੁੱਲਿਆ। ਜੇ ਤੁਸੀਂ ਉਹਨਾਂ ਵੱਲ ਮੁੱਖ ਕਰਕੇ ਖਲੋਣਾ ਤਾਂ ਤੁਸੀਂ ਇਹਨਾਂ ਰਿਆਇਤਾਂ ਨਹੀਂ, ਬਲਕਿ ਇਹ ਤਾਂ ਭੀਖ ਹੈ। ਫਿਰ ਤੁਸੀਂ ਇਹਨਾਂ ਪਿੱਛੇ ਨਾ ਭੱਜੋ। ਬਹੁਤ ਬਹੁਤ ਸ਼ੁਕਰੀਆ ਵੀਰ, ਤੁਸੀਂ ਸਮਾਂ ਕੱਢਿਆ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।